वाहिगुरु जी की फतेह। सतगुरां दी सुभाईमान गोद विच अत्यंत श्रद्धा दे नाल शाम दे दीवाना विच आप जी जुड़ बैठे हो। शुभ समा प्राप्त होया गुरु कृपा नाल। आओ इस वक्त नूं सफला बनाइए। पातशाहां दे पातशाह गुरु नानक साहिब सच्चे पातशाह जी दे पवित्र अगमी चोजा विचों आप जी ने सरवण कीता सी। दीन दुनिया दा मोह विसार के मड़ियां मसाणा दी धरती ते सतगुर जी बैठे ने। कई दिन हो गए सतगुरां दे महल साडे माता सुलखणी जी कई दफा मिलण वास्ते गए, पर सतगुरां ने किसी नूं बुलाया ही नहीं। जिथे जयराम जियां नूं लोग तंज कसदे ने, ताने वेणे दिंदे ने, उत्थे माता सुलखणी जी भी सतगुरां दे इस व्यवहार तो अक चुके हैं। बड़ी बार उन्होंने अपनी ननद बेबे नानकी नूं कहा, पर वो अगों आखदे सी साडा जोर नहीं उन्हां ते कोई। आखिरकार हरख विच आके एक सेवादार नूं अपने पेके पिंड भेजिया। पिता जी नूं कह दिओ तुहाडी धी दुखां दे छाए विच जी रही है। ज्यों ही खबर पहुंची, पिता मूलचंद जी अत चिंता दे भरे हुए नगर दे पंडित समेत आए, जिस पंडित का नाम है पंडित श्यामा। आके अपने पुत दे हालां नूं वेखिया, धी दी हालत वेखी नहीं जाती। बड़ा कुछ बोलते हैं, जो उन्हां दी जुबान विच आया, समझ विच आया। गल ते यह है भी गुरु साहब बारे नहीं समझ सकते। उन्हां बोलिया इन्हां सारे प्रकरणां नूं आप जी ने बड़े विस्तार सहित सरवण कीता है। आओ जी कुछ समा बख्शो प्यार दा सबूत, गज बज के आखो जी सतनाम श्री सतनाम श्री गुरु साहिब जी। चौपाई सुन तन जबानी निज काना, भयो करोद मैं बहु गुल ताना। जगत गुरु गुरु नानक साहब सच्चे पातशाह जी दे व्यक्तिगत रूप दे विच पिता सौरा जी, जो पिता दे समान ने सौरा साहब, क्योंकि रब दा कोई मां बाप नहीं है, पर शरीरक तौर ते सतगुरां दे सौरा साहब मूल चंद जी चल के आए ने। जिस वेले अपनी पुत्री सुलखणी दे हाल वेखे, बापू बेहाल हो गया। धी दियां सारियां गल्लां नाल हमदर्दी है। ज्यों ज्यों उन्होंने दसिया भी मोदी खाना उजाड़ दिता है, जिन्नी बचत निकली सी 760 वो भी कहते फकीरां दे देवे हो। जब मूल चंद जी ने फकीरां दा नाम सुनिया, साधा गरीबां दा नाम सुनिया, भड़क गए ने, गुस्सा चढ़िया, अखां लाल
ਬੁੱਲ ਫਰਕਦੇ ਹਨ। ਹਰਕਤ ਅਦਰ ਲਾਲ ਕੀਨ ਨਾ, ਮੁਖ ਤੇ ਬਹੁ ਬੋਲਤ ਦੁਰਬੈਨਾ। ਆਪਣੀ ਪੁੱਤਰੀ ਦੇ ਸਾਹਮਣੇ ਆਪਣੇ ਹੀ ਜਵਾਈ ਨੂੰ ਵੱਧ ਘੱਟ ਬੋਲ ਰਹੇ ਆ। ਬੇਸ਼ੱਕ ਸਤਿਗੁਰ ਇੱਥੇ ਨਹੀਂ, ਪਰ ਬੋਲਿਆ ਬੜਾ ਕੁਛ। ਪੁੱਤ ਤੂੰ ਚਿੰਤਾ ਨਾ ਕਰ, ਅੱਗੇ ਵੀ ਇਹ ਖਰਾਬ ਕਰਦੇ ਸੀ, ਪਹਿਲਾਂ ਵੀ ਇਹਨਾਂ ਨੇ ਇਹੀ ਕੁਝ ਕੀਤਾ ਹੈ, ਹੋਰ ਇਹਨਾਂ ਨੂੰ ਆਉਂਦਾ ਵੀ ਕੀ ਹੈ। ਪੰਡਤ ਸਿਆਮਾ ਉਹਨੇ ਵੀ ਬੜਾ ਕੁਝ ਕਿਹਾ, ਕਿਉਂਕਿ ਉਹਨੇ ਸਾਰਾ ਕੁਝ ਕਹਿ ਕੇ ਇੰਨੇ ਪਰੇਸ਼ਾਨ ਇਹਨਾਂ ਨੂੰ ਕਰ ਦਿੱਤਾ ਵੀ ਜਦ ਸਮਝਾਉਣ ਦੀ ਵਾਰੀ ਆਉਣੀ ਫਿਰ ਸਿੱਖਿਆ ਮੇਰੀ ਕੰਮ ਹੋਊਗੀ, ਮੇਰਾ ਸਤਿਕਾਰ ਹੋਏਗਾ, ਨਾਮ ਹੋਏਗਾ ਵੀ ਪਟਵਾਰੀ ਦਾ ਘਰ। ਪੰਡਤ ਸਿਆਮੇ ਦੀਆਂ ਗੱਲਾਂ ਨੇ ਠੀਕ ਕੀਤਾ, ਉਹਦੀ ਸਿੱਖਿਆ ਨੇ ਠੀਕ ਕੀਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਭ ਕੁਝ ਜਾਣ ਗਏ ਨੇ ਘਰੇ ਕੀ ਹੋ ਰਿਹਾ ਹੈ, ਪਰ ਜਦ ਕਹਿ ਦਿੱਤਾ ਵੀ ਫਰਕ ਨਹੀਂ ਕੋਈ, ਫਿਰ ਤੇ ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਤਦਾਸੇ ਪੀਵੇ, ਫਿਰ ਕੀ ਫਰਕ ਹੈ। ਜਿੱਥੇ ਸਾਰਾ ਜ਼ਮਾਨਾ ਬੁਰਾ ਕਹਿੰਦਾ ਹੈ, ਆਪਣੇ ਕਹਿ ਲੈਣਗੇ ਤੇ ਕੀ ਫਰਕ ਪੈਂਦਾ ਏ। ਗਰਗ ਲੁਟਾਵਨ ਕੀ ਸੁਧ ਸੁਣ ਕੇ, ਸਹਿ ਨਾ ਸਕਿਓ ਗਮਨਿਓ ਸਿਰ ਧੁਨ ਕੈ। ਜਦੋਂ 760 ਦਾ ਘਾਟਾ ਥੋੜਾ ਨਹੀਂ ਹੁੰਦਾ, ਅੱਜ ਦੇ ਲੱਖਾਂ ਰੁਪਏ ਬਣਦੇ ਸੀ, ਉਸ ਵੇਲੇ ਦੇ 760 ਕਿਸੇ ਬੰਦੇ ਦੀ ਤਨਖਾਹ ਵੀ ਨਹੀਂ ਸੀ ਹੁੰਦੀ ਜ਼ਿੰਦਗੀ 'ਚ। ਅੱਜ ਤੋਂ 50 ਸਾਲ ਪਿੱਛੇ ਨਜ਼ਰ ਮਾਰ ਕੇ ਵੇਖੋ, ਲੋਕਾਂ ਦੀਆਂ ਤਨਖਾਹਾਂ 300 ਸੀਆਂ, 250 50 ਰੁਪਏ। ਉਹਨਾਂ ਸਮਿਆਂ ਵਿੱਚ 760। ਜਦ ਇਹ ਗੱਲ ਸੁਣੀ ਨਾ, ਮੂਲ ਚੰਦ ਜੀ ਆਪੇ ਤੋਂ ਬਾਹਰ ਹੋ ਕੇ ਜੈ ਰਾਮ ਜੀ ਦੇ ਘਰੇ ਆ ਗਏ, ਕੁੱਦਣ ਲੱਗ ਗਏ ਵਿਹੜੇ 'ਚ, ਵੱਧ ਘੱਟ ਬੋਲਣ। ਕਹਿੰਦੇ ਸਾਰੇ ਫਸਾਦ ਦੀ ਜੜ ਤੂੰ ਹੈ, ਜਦ ਤੈਨੂੰ ਪਤਾ ਸੀ ਇਹ ਨਕੰਮਾ ਹੈ, ਤੂੰ ਰਿਸ਼ਤਾ ਲੈ ਕੇ ਕਿਉਂ ਆਇਆ। ਜੈ ਰਾਮ ਨੇ ਕੁਛ ਬੜੀ ਵਾਰ ਆਖਿਆ, ਮਾਸੜ ਜੀ ਬੈਠੋ, ਬਹਿ ਕੇ ਗੱਲ ਕਰਦੇ ਆ, ਪਰ ਨਹੀਂ। ਉਹਨਾਂ ਸਾਰੇ ਮੁਹੱਲੇ 'ਚ, ਸਾਰੇ ਨਗਰ ਵਿੱਚ, ਸ਼ਰੀਕਾਂ ਦੇ ਸਾਹਮਣੇ ਇਹੋ ਜਿਹੇ ਬੋਲ ਬੋਲੇ ਜੋ ਸੁਣ ਕੇ ਵੀ ਡਰ ਲੱਗਦਾ ਸੀ। ਜੈ ਰਾਮ ਨੂੰ ਪੁੱਛਣ ਲੱਗੇ, ਉਹ ਹੈ ਕਿੱਥੇ ਹੈ ਗੁਰੂ ਸਾਹਿਬ ਬਾਰੇ। ਪਿਤਾ ਨੇ ਨਾ, ਬਾਪੂ ਥੋੜਾ ਕਹਿੰਦਾ ਹੁੰਦਾ ਵੀ ਪੁੱਤ ਮੇਰਾ ਰੱਬ ਆ ਤੇ ਰੱਬ ਜੀ ਕਰੂਗਾ, ਪਿਓ ਸਮਾਨ ਨੇ। ਜੈ ਰਾਮ ਜੀ ਨੂੰ ਪੁੱਛਦੇ ਕਿੱਥੇ ਆ, ਉਹਨਾਂ ਇਸ਼ਾਰਾ ਕਰਤਾ ਸ਼ਮਸ਼ਾਨ 'ਚ ਬੈਠੇ। ਪੰਡਤ ਸਿਆਮਾ ਕਹਿੰਦਾ ਜੀ ਮੈਂ ਚੱਲਣਾ, ਕਹਿੰਦਾ ਤੂੰ ਰੁਕ ਜਾ, ਪਹਿਲਾਂ ਮੈਂ ਜਾ ਆਵਾਂ। ਝਾੜ ਝੰਬ ਕਰਨ ਚੱਲੇ, ਪੰਜਾਬੀ 'ਚ ਕਹਿੰਦੇ ਜੀ ਨੂੰ। ਬੋਲਣਾ ਜਾ ਕੇ ਉਹਨਾਂ ਨੇ, ਕਿਉਂਕਿ ਜਦ ਆਪਣੇ ਧੀ ਦੇ ਹਾਲਾਤਾਂ ਨੂੰ ਇਹਨਾਂ ਰੂਪਾਂ 'ਚ ਵੇਖ ਲਿਆ, ਫਿਰ ਉਹ ਮਿੰਨਤਾਂ ਥੋੜੀ ਕਰਨਗੇ। ਉਹ ਤਰਲਿਆਂ ਦਾ ਸਮਾਂ ਥੋੜੀ ਹੈ, ਉਹ ਲੰਘ ਗਿਆ ਸਮਾਂ। ਬੜੀ ਵਾਰ ਆਏ ਸੀ ਤਰਲੇ ਮਿੰਨਤਾਂ ਕਰਕੇ, ਵੇਖੇ ਹੁਣ ਤੇ ਗੁੱਸੇ ਵਿੱਚ ਨੇ, ਕ੍ਰੋਧ ਵਿੱਚ ਨੇ। ਕ੍ਰੋਧ ਅੱਖਾਂ ਤੋਂ ਅੰਨ੍ਹਿਆ ਕਰ ਦਿੰਦਾ ਹੈ, ਦੇਖਣ ਵਾਲਿਆਂ ਨੂੰ ਦੇਖਣ ਨਹੀਂ ਦਿੰਦਾ। ਕ੍ਰੋਧ ਗੁੱਸਾ ਕੰਨਾਂ ਤੋਂ ਬੋਲਿਆ ਕਰ ਦਿੰਦਾ ਏ, ਸੁਣਨ ਵਾਲੇ ਨੂੰ ਕੁਝ ਵੀ ਸੁਣਾਈ ਨਹੀਂ ਦਿੰਦਾ। ਤੇ ਇੱਥੋਂ ਤੱਕ ਜੋ ਜ਼ੁਬਾਨ ਤੋਂ ਨਿਕਲਦਾ ਪਤਾ ਉਹਦਾ ਵੀ ਨਹੀਂ ਲੱਗਦਾ ਵੀ ਬੋਲਿਆ ਕੀ ਹੈ, ਆਊਟ ਆਫ ਕੰਟਰੋਲ। ਕਹਿੰਦੇ ਜੀ ਬੋਲਦੇ ਸੁਲਤਾਨਪੁਰ ਲੋਧੀ ਤੋਂ ਸ਼ਮਸ਼ਾਨ ਵੱਲ ਚੱਲ ਪਏ। ਕਹਿੰਦੇ ਰੋਜ਼ ਦਾ ਹੀ ਕੰਮ ਫੜਿਆ, ਜੇ ਫਕੀਰ ਹੀ ਬਣਨਾ ਸੀ ਫਿਰ ਵਿਆਹ ਕਰਾਉਣ ਦੀ ਲੋੜ ਕੀ ਸੀ। ਕਿਉਂ ਇੰਨਾ ਕੁਝ ਕੀਤਾ, ਐਡੀ ਬਰਾਤ ਲੈ ਕੇ ਆਇਆ, ਜਲੂਸ ਕੱਢਦੇ ਫਿਰਦੇ ਨੂੰ ਜਲੂਸ ਕਹਿੰਦੇ ਆ, ਕੋਈ ਇੱਜ਼ਤ ਥੋੜਾ ਕਰ ਰਹੇ ਆ। ਸਤਿਗੁਰਾਂ ਦੇ ਸਹੁਰਾ ਸਾਹਿਬ ਜਦ ਲੋਕ ਆ ਕੇ ਸੁਣਦੇ ਆ, ਉਹਨਾਂ ਸਾਹਮਣੇ ਹੋਰ ਹੁੱਬ ਹੁੱਬ ਕੇ ਬੋਲਦੇ ਤੇ ਦੁਨੀਆ ਖੁਸ਼ ਹੁੰਦੀ ਹੈ ਜੀ। ਕਹਿੰਦੇ ਵਾਹ, ਆਹੀ ਕੁਝ ਹੋਣਾ ਸੀ। ਚੰਗਾ ਭਲਾ ਮੋਦੀ ਖਾਨਾ ਵਸਦਾ ਸੀ, ਹੁਣ ਘਰ ਦੀ ਰੋਟੀ ਨਹੀਂ ਨਾ ਪੱਕਦੀ ਹੋਣੀ। ਲੋਕ ਵੀ ਸੁਣ ਸੁਣ ਕੇ ਉੱਚੀਆਂ ਗੱਲਾਂ ਕਰਦੇ ਨੇ। ਬੇਦੀ ਕੁਲ ਕੋ ਕਲਸ ਸੁਹਾਵਨ, ਜਹ ਬੈਸੇ ਜਿਨ ਕੀਰਤ ਪਾਵਨ। ਮੂਲ ਚੰਦ ਚੱਲਦੇ ਚੱਲਦੇ ਸ਼ਮਸ਼ਾਨ ਭੂਮੀ ਵਿੱਚ ਆ ਗਏ, ਮੜੀਆਂ ਦੇ ਵਿੱਚ। ਕਹਿੰਦੇ ਹਾਏ ਓ ਰੱਬਾ, ਮੈਨੂੰ ਤੇ ਜਿਉਂਦੇ ਆਉਣਾ ਪੈ ਗਿਆ ਇੱਥੇ। ਇਹੋ ਜਿਹਾ ਦਵਾਈ ਮਿਲੇ। ਜਦ ਗੁਰੂ ਨਾਨਕ ਸਾਹਿਬ ਨੂੰ ਦੂਰੋਂ ਵੇਖਿਆ ਭੜਕ ਗਿਆ, ਕਿਉਂਕਿ ਮਰਦ ਅੱਗ ਬਾਲ ਕੇ ਬੈਠੇ ਆ, ਗਰਮੀ ਦੀ ਰੁੱਤ ਹੈ। ਸਵਾਹ ਪਿੰਡੇ ਤੇ ਮਲੀ ਹੈ, ਸੁੱਟੀ ਉੱਤੇ ਮੁਰਦਿਆਂ ਦੀ ਸਵਾਹ। ਕੋਈ ਚੰਗੀ ਸਵਾਹ ਥੋੜਾ ਸੀ, ਮੁਰਦਿਆਂ ਦੀ ਸੀ। ਅਜੇ ਤੇ ਘਰੇ ਸੁਣਿਆ ਸੀ ਉਹ ਸ਼ਮਸ਼ਾਨ 'ਚ ਬਹਿ ਕੇ ਤਪ ਕਰਦੇ ਆ, ਜਦੋਂ ਇੱਥੇ ਵੇਖਿਆ ਕਹਿੰਦੇ ਤਪ ਕਾਹਦਾ, ਇਹ ਤੇ ਸੰਘਾਸਰ ਬਣਿਆ ਬੈਠਾ।
ਗੁਰੂ ਸਾਹਿਬ ਨੂੰ ਵੇਖ ਕੇ ਉਹਨੇ ਨਾ ਕੋਈ ਸਲਾਮ ਨਾ ਕੋਈ ਜਵਾਬ, ਤੇ ਮਰਦ ਨੇ ਵੀ ਦੂਰੋਂ ਵੇਖ ਲਿਆ, ਵੇਖ ਕੇ ਸਤਿਗੁਰਾਂ ਅਣਡਿੱਠ ਕੀਤਾ, ਇਗਨੋਰ। ਹੋਣਗੇ ਰਿਸ਼ਤੇਦਾਰ ਘਰੇ ਹੋਣਗੇ, ਸ਼ਮਸ਼ਾਨ ਭੂਮੀ 'ਚ ਕਿਹੜਾ ਰਿਸ਼ਤਾ ਹੁੰਦਾ ਜੀ ਕੋਈ? ਆ ਦੁਨੀਆ ਸਮਾਜ ਵਿੱਚ ਰਿਸ਼ਤੇ ਰੁਸ਼ਤੇ ਸਭ ਖਤਮ ਹੋ ਜਾਂਦੇ। ਹੁਣ ਤੇ ਇਹੋ ਜਿਹਾ ਦੌਰ ਚੱਲਦਾ, ਦਿੱਲੀ 'ਚ ਪਤਾ ਕਰੋ, ਜਦ ਪੁੱਛਿਆ ਜਾਂਦਾ ਨਾ ਵੀ ਪਿਓ ਮਰ ਗਿਆ, ਮਾਂ ਮਰ ਗਈ ਹੈ, ਸੰਸਕਾਰ ਕੀਤਾ ਹੈ, ਕਹਿੰਦੇ ਆਪ ਹੀ ਕਰ ਦਿਓ ਜੀ, ਅਸੀਂ ਨਹੀਂ ਹੋਣਾ। ਜਿਹਨਾਂ ਕੋਠੀਆਂ ਬਣਾਈਆਂ, ਵੱਡੇ ਵੱਡੇ ਫਲੈਟ ਬਣਾਏ, ਤੇ ਉਹ ਫਿਰ ਸੰਸਥਾਵਾਂ ਵਾਲੇ ਫਿਰ ਫੋਨ ਕਰਦੇ ਆ, ਹੁਣ ਅਸਤੀਆਂ ਦਾ ਕੀ ਕਰੀਏ? ਕਹਿੰਦੇ ਜਿੱਥੇ ਮਰਜ਼ੀ ਪਾਇਓ, ਸਾਨੂੰ ਨਾ ਕਰੋ, ਵੀਡੀਓ ਕਾਲ ਕਰਕੇ ਦਿਖਾਵੇ, ਅਸੀਂ ਨਹੀਂ ਹੋਣਾ। ਇੱਥੇ ਖੜੇ ਆ, ਨਾ ਕਿਸੇ ਨੂੰ ਗੰਗਾ ਜਲ ਨਸੀਬ ਹੋਵੇ, ਨਾ ਅਰਥੀ ਨਸੀਬ ਹੋਵੇ, ਨਾ ਮੋਢਾ ਨਸੀਬ ਹੋਵੇ, ਨਾ ਕਿਸੇ ਨੂੰ ਭੋਗ ਤੇ ਨਾ ਪੰਡਤ ਨਸੀਬ ਹੋਵੇ। ਪਾਤਸ਼ਾਹ ਨੇ ਕਿਹਾ ਸੀ ਨਾ, ਜਗਤ ਮੈਂ ਝੂਠੀ ਵੇਖੀ ਪ੍ਰੀਤ। ਇਹ ਪ੍ਰੀਤ ਝੂਠੀ ਦੇਖੀ ਹੈ, ਉਹ ਸੱਚ ਹੈ। ਤੇ ਅੱਜ ਇਸ ਕਰੋਨਾ ਕਾਲ ਨੇ ਸਭ ਕੁਝ ਵਿਖਾਤਾ। ਇੱਥੇ ਕੋਈ ਕਿਸੇ ਦਾ ਨਹੀਂ, ਆਖੋ ਸਤਿਨਾਮ। ਕੋਈ ਮੰਨੇ ਨਾ ਮੰਨੇ, ਜਦੋਂ ਬੰਦਾ ਢੀਠ ਹੁੰਦਾ ਨਾ, ਉਹਨੂੰ ਲੱਗਦਾ ਮੈਂ ਨਾ ਮਰੋ ਮਰਬੋ ਸੰਸਾਰਾ, ਮੈਨੂੰ ਕੀ ਹੈ। ਜਦ ਉਹ ਸ਼ਮਸ਼ਾਨ ਵਿੱਚ ਆ ਗਏ, ਬੋਲੇ ਫਿਰ ਉੱਚੀ ਉੱਚੀ, ਕਿਉਂਕਿ ਇਹ ਉਹ ਥਾਂ ਹੈ ਜਿੱਥੇ ਆ ਕੇ ਵੱਡੇ ਵੱਡੇ ਰਾਜੇ, ਮਹਾਰਾਜੇ, ਭਿਖਾਰੀ, ਮੰਗਤੇ, ਬਾਦਸ਼ਾਹ, ਆਮ ਲੋਕ ਸਭ ਦੇ ਨਾਤੇ ਟੁੱਟ ਜਾਂਦੇ ਆ। ਇੱਕ ਸ਼ਮਸ਼ਾਨ ਭੂਮੀ ਹੈ ਜਿੱਥੇ ਮੜੀਆਂ ਵਿੱਚ ਜਾ ਕੇ ਨਾ ਹਰੇਕ ਰਿਸ਼ਤਾ ਖਤਮ, ਭੂਆ ਭਤੀਜੇ ਦਾ, ਭੈਣ ਦਾ, ਭਰਾ ਦਾ, ਮਾਂ ਦਾ, ਬਾਪ ਦਾ, ਚਾਚੇ ਦਾ, ਤਾਏ ਦਾ, ਮਾਸੀ ਦਾ, ਮਾਸੜ ਦਾ, ਸਭ ਖਤਮ। ਕਦੇ ਕੋਈ ਜਾਂਦਾ ਸ਼ਮਸ਼ਾਨ ਮੁੜ ਕੇ ਵੀ ਫਲਾਣਾ ਉੱਥੇ ਫੂਕਿਆ ਸੀ, ਅੱਜ ਮਹੀਨਾ ਬਹਿ ਕੇ ਆਵਾਂ, 5 ਦਿਨ 2 ਘੰਟੇ ਲਾ ਕੇ ਆਵਾਂ? ਕੋਈ ਨਹੀਂ ਜਾਂਦਾ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਦੋਂ ਵੇਖਿਆ ਅੱਗ ਬਾਲ ਕੇ ਬੈਠੇ ਆ, ਤੇ ਮੂਲ ਚੰਦ ਹੋਰ ਭੜਕ ਗਏ ਵੀ ਇਹ ਉਹੀ ਹੈ ਜਿਹਦੇ ਨਾਲ ਐਡੀ ਵੱਡੀ ਬਰਾਤ ਸੀ, ਕਦੇ ਮੋਦੀ ਖਾਨਾ ਕਰਦੇ ਸੀ। ਹੁਣ ਉਹਨਾਂ ਆਲਾ ਦੁਆਲਾ ਨਹੀਂ ਵੇਖਿਆ, ਕੁਝ ਗਾਵਾਂ ਮੱਝਾਂ ਚਾਰਨ ਵਾਲੇ ਵੀ ਤੁਰੇ ਫਿਰਦੇ, ਅੱਗੇ ਲੋਕ ਸ਼ਮਸ਼ਾਨਾਂ ਵਿੱਚ ਵਿਚਾਰਦੇ ਰਹਿੰਦੇ ਸੀ। ਤੇ ਗੁਰੂ ਸਾਹਿਬ ਨੂੰ ਫਿਰ ਉਹਨਾਂ ਨੇ ਬੇਵਕਤੇ ਬੋਲ ਬੋਲੇ, ਬੇਵਕਤੇ ਬੋਲ ਜੋ ਬੋਲਣੇ ਨਹੀਂ ਚਾਹੀਦੇ, ਕਿਉਂਕਿ ਗੁੱਸਾ ਹੈ। ਦੁਨਿਆਵੀ ਰਿਸ਼ਤਿਆਂ ਦੇ ਵਿੱਚ ਜ਼ਹਿਰ ਤੋਂ ਬਿਨਾ ਕੁਝ ਬੋਲਿਆ ਜਾਂਦਾ ਨਹੀਂ। ਤਹਾਂ ਆਏ ਬੋਲਿਓ ਦੁਰਬਾਨੀ, ਤੂੰ ਜਨਮਿਓ ਹਾਨੀ ਕੁਲ ਕਾਨੀ। ਆ ਕੇ ਜਦੋਂ ਵੱਧ ਘੱਟ ਬੋਲੇ, ਇੱਥੋਂ ਤੱਕ ਮਾੜੇ ਬੋਲ ਬੋਲੇ, ਮਾੜੇ ਸ਼ਬਦ। ਕਹਿੰਦੇ ਜਿੱਦਣ ਦਾ ਤੂੰ ਆਪਣੇ ਪਿਓ ਦੇ ਘਰ ਜੰਮਿਆ ਨਾ, ਤੂੰ ਉਹ ਪੈਸੇ ਦੀ ਹਾਨੀ ਉਹ ਕੀਤੀ, ਨੁਕਸਾਨ ਹੀ ਕੀਤਾ, ਉਜਾੜਾ ਹੀ। ਸ਼ਮਸ਼ਾਨ ਭੂਮੀ 'ਚ ਹੁਣ ਇਹੋ ਧਰਤੀ ਹੁੰਦੀ ਹੈ ਜਿੱਥੇ ਕੋਈ ਫਰਕ ਨਹੀਂ ਪੈਂਦਾ ਜ਼ਿੰਦਗੀ ਦੇ ਵਿੱਚ ਨਾ। ਜਿੱਦਣ ਆਪਣੇ ਪੈਸੇ ਦਾ ਹੰਕਾਰ ਹੋਣ ਲੱਗ ਜੇ, ਜਦ ਲੱਗੇ ਸਾਨੂੰ ਵੀ ਮੈਂ ਬੜਾ ਮਹਾਨ ਤੇ ਖਾਸ ਹਾਂ, ਕਦੇ ਕਦੇ ਸ਼ਮਸ਼ਾਨ ਘਾਟ ਵਿੱਚ 15-20 ਮਿੰਟ ਇਕੱਲਿਆਂ ਬਹਿ ਕੇ ਹੋਣਾ ਚਾਹੀਦਾ। ਉੱਥੇ ਪਤਾ ਲੱਗਦਾ ਹੈ ਵੱਡੇ ਵੱਡੇ ਜਿਸ ਆਸਣ ਹਮ ਵੈਸੇ ਕੀਤੇ ਬੈਸ ਗਿਆ। ਜਿਹੜੇ ਕਹਿੰਦੇ ਸੀ ਸਾਡੇ ਬਿਨਾਂ ਦੁਨੀਆ ਪਰਿਵਾਰ ਨਹੀਂ ਚੱਲਣਾ, ਮਿੱਟੀ ਹੋਏ ਪਏ ਆ, ਘਾਹ ਜੰਮਿਆ ਪਿਆ, ਕੁਛ ਵੀ ਨਹੀਂ ਹੈ। ਹਸਪੀਟਲ ਗੇੜਾ ਮਾਰੋ, ਚੰਗੇ ਭਲੇ ਜਾ ਕੇ ਲੋਕਾਂ ਦੇ ਹਾਲ ਵੇਖੋ, ਬੀਜੀ ਆਈ, ਫਿਰ ਪਤਾ ਲੱਗਦਾ ਬੰਦਿਆ ਕਾਹਦਾ ਮਨ ਕਰਦਾ ਫਿਰਦਾ, ਕੀ ਹੈ ਤੇਰੇ ਕੋਲ। ਇੱਥੇ ਦੁਨੀਆ ਪੈਸੇ ਚੁੱਕੀ ਫਿਰਦੀ ਆ, ਆਕਸੀਜਨ ਨਹੀਂ ਮਿਲ ਰਹੀ, ਜਿਹਨਾਂ ਨੂੰ ਮਿਲਦੀ ਉਹਨਾਂ ਨੂੰ ਸਾਹ ਨਹੀਂ ਮਿਲਦਾ। ਰੱਬ ਨੇ ਕਿੰਨਾ ਕੁਛ ਦਿੱਤਾ ਹੋਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਫਿਰ ਮੂਲ ਚੰਦ ਸਤਿਗੁਰਾਂ ਦੇ ਸਹੁਰਾ ਸਾਹਿਬ ਕਹਿੰਦੇ, ਤੇਰੇ ਜੰਮਣ ਕਰਕੇ ਤੇਰੇ ਪਿਤਾ ਨੇ ਵੀ ਖੁਸ਼ੀ ਮਨਾਈ ਸੀ, ਉਹਨੂੰ ਕੀ ਪਤਾ ਸੀ ਤੂੰ ਏਦਾਂ ਘਾਟੇ ਪਾਏਗਾ। ਕਹਿੰਦੇ ਤੂੰ ਘਾਟੇ ਦੀ ਦੁਕਾਨ ਹੈ, ਤੇਰੇ ਜੰਮਿਆ ਤੋਂ ਹੋਇਆ ਕੀ। ਇਹ ਸ਼ਬਦ ਕਹਿੰਦੇ ਜੀ, ਰੱਬ ਨੂੰ ਸੁਣਨੇ ਪਏ ਸ਼ਬਦ। ਹਾਂ ਦੁਨੀਆ 'ਚ ਕੋਈ ਆਪਾਂ ਨੂੰ ਕਿਸੇ ਹੋਰ ਨੂੰ ਕਹੇ ਤੇ ਚਲੋ ਕੋਈ ਗੱਲ ਹੀ ਨਹੀਂ ਹੁੰਦੀ, ਕਿ ਉਹ ਆਪਾਂ ਕਿਹੜਾ ਰੱਬ, ਆਮ ਜੀਵ। ਪਰ ਗੁਰੂ ਸਾਹਿਬ ਨੂੰ ਸਤਿਗੁਰਾਂ ਦੇ ਸਹੁਰਾ ਸਾਹਿਬ ਇਹ ਸ਼ਬਦ ਬੋਲਣ ਲੱਗੇ ਨੇ, ਮਾਤ ਪਿਤਾ ਕੀ ਦਾਹਤ ਛਾਤੀ, ਅਲਪ ਬੈਸ ਤੇ ਤੂੰ ਧਨ ਘਾਤੇ। ਤੂੰ ਛੋਟੀ ਉਮਰ ਤੋਂ ਹੀ ਪੈਸੇ ਨੂੰ ਸਾੜਦਾ ਰਿਹਾ, ਫੂਕਦਾ ਰਿਹਾ। ਆ ਸ਼ਬਦ ਸੀ ਉਹਨਾਂ ਦੇ। ਧਨ ਘਾਤੀ, ਘਾਤਗੀ ਨੂੰ ਕਹਿੰਦੇ ਆ ਸਾੜਨ ਨੂੰ, ਘਾਤ ਕਹਿੰਦੇ ਬਰਬਾਦ ਕਰਨ ਨੂੰ। ਕਹਿੰਦੇ ਤੂੰ ਤੇ ਆਪਣੇ ਮਾਪਿਆਂ ਦੀ ਛਾਤੀ ਸਾੜੀ ਹੈ, ਭਾਵ ਤੈਨੂੰ ਵੇਖ ਤੇਰਾ ਪਿਓ ਵੀ ਕਦੇ ਖੁਸ਼ ਨਹੀਂ ਹੋਇਆ ਹੋਣਾ। ਮੂਲ ਚੰਦ ਦੇ ਸ਼ਬਦ ਨੇ, ਮੂਲ ਚੰਦ ਦੇ ਸਹੁਰਾ ਸਾਹਿਬ।
ਕਹਿੰਦੇ ਜਦ ਜਿਨ੍ਹਾਂ ਦੇ ਤੂੰ ਜੰਮਿਆ ਉਹ ਖੁਸ਼ ਨਹੀਂ ਤੇ ਫਿਰ ਅਸੀਂ ਕਿੱਥੋਂ ਹੋਵਾਂਗੇ? ਅਸੀਂ ਤਾਂ ਫਿਰ ਤੁਰਦੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਤਾ ਹੈ ਕੌਣ ਆਏਗਾ, ਅੱਖ ਵੱਟ ਕੇ ਨਹੀਂ ਦੇਖੇ। ਜੇ ਕੋਈ ਅੱਜ ਦਾ ਹੁੰਦਾ ਨਾ ਸਾਧਕ ਹੋਣ ਵਾਲਾ, ਉਹਨੇ ਢਾਹ ਕੇ ਸਰਵਿਸ ਕਰਨੀ ਸੀ। ਆਖੋ ਸਤਿਨਾਮ। ਕਹਿ ਕੇ ਮੈਂ ਗਿਆ ਓਏ ਤੂੰ ਚੀਜ਼ ਕੀ ਹੈ? ਵੇਖੋ ਨਿਮਰਤਾ ਗੁਰੂ ਸਾਹਿਬ। ਸ਼ਮਸ਼ਾਨ ਭੂਮੀ ਵਿੱਚ ਬੈਠੇ ਆ, ਲੋਕ ਸੁਣ ਰਹੇ ਆ। ਸੁਲਤਾਨਪੁਰ ਦੇ ਆਉਣ ਜਾਣੇ ਰਾਹੀ ਪਾਂਦੀ ਖੜ ਕੇ ਸਾਰੇ। ਪਰ ਮੂਲ ਚੰਦ ਕਹਿੰਦੇ ਜੋ ਮੂੰਹ ਚ ਆਇਆ, ਜੋ ਦਿਲ ਚ ਆਇਆ, ਮੰਦੇ ਚੰਗੇ ਅਲਫਾਜ਼ ਬੋਲਦੇ ਨੇ। ਦੋਹਰਾ ਬਿਨ ਗੁਣ ਪਰਖੇ ਬਿਨ ਵਿਖੇ, ਸੁਤਾ ਕਿਨੇ ਸਨ ਬੰਦ। ਇੱਕ ਤੂੰ ਜਿਹੋ ਜਿਹਾ ਸੀ ਪਰ ਮੇਰੇ ਤੋਂ ਵੱਡਾ ਜੱਗ ਤੇ ਮੂਰਖ ਕੌਣ ਹੋਣਾ ਹੈ ਜਿਹਨੇ ਤੇਰਾ ਕੋਈ ਗੁਣ ਵੀ ਨਹੀਂ ਪਰਖਿਆ। ਆਪਣੀ ਧੀ ਨੂੰ ਤੇਰੇ ਘਰ ਧੱਕਾ ਦਿੱਤਾ। ਕਿਹੜਾ ਗੁਣ ਸੀ ਤੇਰੇ 'ਚ? ਸੰਸਾਰ ਨੇ ਰੱਬ ਨੂੰ ਵੀ ਪੁੱਛਿਆ ਤੇਰੇ 'ਚ ਗੁਣ ਕਿਹੜੇ ਹੈ ਕੀ ਹੈ ਤੇਰੇ 'ਚ? ਕਹਿੰਦੇ ਮੈਂ ਕਿਹੜਾ ਗੁਣ ਵੇਖਿਆ ਸੀ? ਮੇਰੀ ਮੱਤ ਤੇ ਪਰਦਾ ਪੈ ਗਿਆ। ਐਵੇਂ ਮੈਂ ਬ੍ਰਾਹਮਣ ਦੀਆਂ ਪੰਡਤ ਦੀਆਂ ਗੱਲਾਂ ਜੈ ਰਾਮ ਦੀਆਂ ਸੁਣ ਕੇ ਤੇਰੇ ਤੇ ਇਤਬਾਰ ਕੀਤਾ ਸੀ। ਤਬ ਕੋ ਮੈਂ ਦੁਖ ਪਾਏ ਹੋ, ਸੁਖ ਨਾ ਪਿਖਿਓ ਭੀ ਸੰਦ। ਜਿਸ ਦਿਨ ਮੇਰੀ ਧੀ ਤੇਰੇ ਘਰ ਜਾ ਬੈਠੀ, ਮੇਰੇ ਤੇ ਭਾਗ ਉਸੇ ਦਿਨ ਟੁੱਟ ਗਏ ਸੀ। ਉਸ ਦਿਨ ਤੋਂ ਲੈ ਕੇ ਮੈਂ ਅੱਜ ਤੱਕ ਰੋਂਦਾ ਕਲਪਦਾ ਬਿਲਕਦਾ ਫਿਰਦਾ। ਨਾ ਮੈਂ ਸੁਖੀ, ਨਾ ਮੇਰਾ ਪਰਿਵਾਰ ਸੁਖੀ, ਨਾ ਮੇਰੀ ਧੀ ਸੁਖੀ। ਮੇਰੀ ਤੇ ਕਿਸਮਤ ਮਾੜੀ। ਆਖੋ ਸਤਿਨਾਮ। ਆ ਸ਼ਬਦ ਦੇ ਮੈਂ ਬੜਿਆ ਸ਼ਬਦਾਂ ਦਾ ਸੰਕੋਚ ਕਰਕੇ ਜਾ ਰਿਹਾ, ਕਿਉਂਕਿ ਜਿੰਨਾ ਕੁਝ ਬੋਲਿਆ ਨਾ ਰੱਬ ਹੀ ਜਾਣਦਾ। ਪਰ ਵੇਖੋ ਕਿੱਡੀ ਵੱਡੀ ਗੱਲ ਹੈ। ਭਾਈ ਬਾਲਾ ਜੀ ਨੇ ਹੂਬਹੂ ਸਾਰਾ ਕੁਝ ਲਿਖਾਇਆ, ਤਾਂ ਹੀ ਕੁਆਲਿਟੀ ਰਹਿਣੀ ਹੈ ਨਾ। ਜੇ ਉਹ ਚੀਜ਼ਾਂ ਦੇ ਪਰਦੇ ਪਾਈ ਜਾਓ ਵੀ ਆਹ ਨਹੀਂ ਬੋਲਣਾ, ਆਹ ਨਹੀਂ ਕਹਿਣਾ, ਫਿਰ ਕੀ ਫਰਕ ਲੱਗਿਆ? ਸਾਨੂੰ ਕੀ ਪਤਾ ਲੱਗਿਆ ਵੀ ਮਰਦ ਨੂੰ ਕੀ ਬੋਲੇ? ਫਿਰ ਵੀ ਸੰਕੋਚ ਹੈ। ਆਖਣ ਲੱਗੇ ਤੂੰ ਕੁੱਲ ਘਾਤੀ ਹੈ, ਤੂੰ ਪਰਿਵਾਰ ਉਜਾੜੇਗਾ, ਤੇਰੇ ਕੋਲ ਧੇਲਾ ਨਹੀਂ, ਕੌਡੀ ਨਹੀਂ, ਬਰਬਾਦੀਆਂ ਦੇ ਰਾਹ ਤੇ ਤੁਰਿਆ ਹੋਇਆ। ਫਕੀਰ ਬਣਨਾ ਸੀ, ਫਕੀਰ ਬਣਦਾ ਫਿਰ ਵਿਆਹ ਕਿਉਂ ਕਰਾਇਆ? ਸਾਨੂੰ ਕਿਉਂ ਡੋਬਿਆ? ਇੱਕ ਸਾਹ ਦੇ ਵਿੱਚ ਗੁੱਸੇ 'ਚ ਭਰਿਆ, ਉਹਨਾਂ ਨਹੀਂ ਪਛਾਣਿਆ ਇਹ ਰੱਬੀ ਰੂਹ ਹੈ, ਇਹ ਪਰਮਾਤਮਾ ਹੈ। ਕੋਈ ਕਿਸੇ ਨੂੰ ਨਹੀਂ ਪਛਾਣਨਾ ਚਾਹੁੰਦਾ। ਹਰ ਬੰਦਾ ਕਹਿੰਦਾ ਮੇਰੀ ਸੁਣ, ਮੇਰੀ ਮੰਨ, ਤੂੰ ਕੀ ਹੈ ਯਾਰ, ਮੈਂ ਕੀ ਲੈਣਾ। ਪ੍ਰੋਬਲਮ ਇਹ ਵੱਡੀ ਹੈ। ਹਰ ਬੰਦਾ ਇੱਥੇ ਸੁਣਾਉਣ ਨੂੰ ਫਿਰਦਾ, ਕੋਈ ਸੁਣਨ ਵਾਲਾ ਹੈ? ਦੁੱਖ ਸਾਰਿਆਂ ਕੋਲ ਨੇ, ਦੁੱਖ ਸੁਣਨ ਵਾਲਾ ਕੋਈ ਨਹੀਂ ਹੈ। ਹਰੇਕ ਦੁੱਖ ਸੁਣਾਉਣ ਵਾਲਾ ਹੈ, ਕਹਿੰਦਾ ਸਾਡੇ ਵੀ ਇਦਾਂ ਹੁੰਦਾ ਜੀ, ਸਾਡਾ ਵੀ ਫਲਾਣਾ ਇਦਾਂ ਕਰਦਾ ਹੈ। ਆਪਣੇ ਸੁਣਾਉਣ ਵਾਲੇ ਆ। ਪਰ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦਾ ਸੁਣਿਆ ਵਚਨ। ਕੌੜੇ ਬੋਲ ਨੇ ਬੜੇ ਔਖੇ ਹੁੰਦੇ, ਕੌੜੇ ਬੋਲ ਵੀ ਨੇ। ਸਾਨੂੰ ਕੋਈ ਹਾਂਜੀ ਹਾਂਜੀ ਕਰੇ ਬੜਾ ਚੰਗਾ ਲੱਗਦਾ, ਇੱਕ ਦਿਨ ਕੋਈ ਓਏ ਕਹਿ ਕੇ ਬੁਲਾਏ ਨਾ, ਚੰਗਾ ਜਿਹਾ ਨਹੀਂ ਲੱਗਦਾ। ਤੇ ਆਹ ਸ਼ਬਦ ਐਡੇ ਵੱਡੇ ਰੁਤਬੇ ਤੇ ਬਹਿ ਕੇ ਸੰਸਾਰ ਤਾਰਨ ਆਏ ਹੋਣ, ਆਪ ਪਰਮੇਸ਼ਵਰ ਨੇ, ਆਪ ਪਰਮਾਤਮਾ ਨੇ, ਤੇ ਭਰੇ ਬਾਜ਼ਾਰ ਸ਼ਰੇ ਲੋਕਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਸੁਣਨ ਨੂੰ। ਇੱਕ ਤੇ ਲੋਕ ਨਿੰਦਿਆ ਕਰ ਰਹੇ ਆ, ਇੱਕ ਅੱਜ ਸਹੁਰਾ ਸਾਹਿਬ ਬੋਲ ਰਹੇ ਆ। ਕਹਿੰਦੇ ਕੁੱਲ ਦਾ ਘਾਤ ਕਰਨ ਵਾਲਿਆ, ਤੈਥੋਂ ਬਰਬਾਦੀਆਂ ਤੋਂ ਬਿਨਾ ਕੀ ਆਸ ਰੱਖੀਏ। ਚੋਪਈ ਪਿਤਾ ਸਮਾਨ ਜਾਣ ਗੁਣਿਐ ਨਾ, ਤੂੰ ਸੁਣ ਰਹੇ ਨ ਬੋਲੇ ਬਿਨਾ। ਗੁਰੂ ਸਾਹਿਬ ਚੁੱਪ ਕਿਉਂ ਨੇ? ਭਾਈ ਬਾਲਾ ਜੀ ਸੁਣਾ ਰਹੇ ਨੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ, ਪਰ ਗੁਰੂ ਅੰਗਦ ਦੇ ਮਰਦ ਦੇ ਨੇਤਰ ਭਰੇ ਹੋਏ ਨੇ। ਐਡੇ ਕੌੜੇ ਬੋਲ ਸੁਣ ਕੇ ਵੀ ਸਹਾਰੇ। ਕਿਸੇ ਸ਼ਾਸਤਰਕਰਤਾ ਨੇ ਲਿਖਿਆ ਹੈ, ਬੋਲ ਕਬੋਲ ਸਾਧੂ ਸਹਿ ਔਰ ਪੈ ਸਹਿਆ ਨਾ ਜਾਏ। ਜਿੰਨੇ ਬੋਲ ਕਬੋਲ ਨੇ ਨਾ, ਇੱਕ ਸਾਧੂ ਸੁਣ ਸਕਦਾ। ਸਾਧੂ ਜਿਹੜਾ ਜੀਵਨ ਕਰਕੇ ਸੰਤ ਸਾਧੂ ਹੈ ਨਾ, ਉਹਨੂੰ ਕੋਈ ਗਾਲਾਂ ਵੀ ਕੱਢ ਜੇ ਮੰਦੀਆਂ ਚੰਗੀਆਂ, ਉਹ ਨਹੀਂ ਬੋਲਦਾ। ਕੋਈ ਬੇਇੱਜ਼ਤ ਵੀ ਕਰ ਦੇ ਉਹਨੂੰ, ਜਲੀਲ ਵੀ ਕਰ ਦੇ, ਬਦਨਾਮ ਵੀ ਕਰ ਦੇ, ਉਹ ਨਹੀਂ ਬੋਲਦਾ, ਸਫਾਈ ਨਹੀਂ ਦਿੰਦਾ। ਕਿਉਂ? ਉਹਨੂੰ ਸਹਿਣਾ ਆਉਂਦਾ ਹੈ। ਕਿਵੇਂ ਸਹਿਣਾ ਆਉਂਦਾ ਹੈ? ਜਿਵੇਂ ਧਰਤੀ ਮਾਂ ਦਾ ਸੀਨਾ ਕੋਈ ਚੀਰ ਦਵੇ, ਪੱਟ ਕੇ ਗਟਰ ਬਣਾ ਦੇ, ਬੋਰਵੈਲ ਬਣਾ ਕੇ ਪਾਈਪ ਪਾ ਦੇ, ਸੀਨੇ ਚੋਂ ਪਾਣੀ ਕੱਢ ਲਏ, ਗੰਦਗੀ ਸੁੱਟ ਦੇ, ਪੱਥਰ ਸੁੱਟ ਦੇ, ਫੁੱਲ ਲਾ ਦੇ, ਜੋ ਮਰਜ਼ੀ ਕਰਦੇ ਹੋ, ਇਹ ਧਰਤੀ ਨਹੀਂ ਬੋਲਦੀ, ਸ਼ਾਂਤ ਰਹਿੰਦੀ ਹੈ। ਡੰਪਿੰਗ ਗਰਾਊਂਡ ਬਣਾ ਦਿਓ, ਸਵੀਮਿੰਗ ਪੂਲ ਬਣਾ ਦਿਓ, ਸਰੋਵਰ ਬਣਾ ਦਿਓ, ਖੂਹ ਲਾ ਦਿਓ, ਧਰਤੀ ਕਹਿੰਦੀ ਕਦੇ ਮੇਰਾ ਕਾਲਜਾ ਪੱਟਦਾ, ਖਾਨਾ ਪੱਟਦੀਆਂ, ਕੋਲਾ ਕੱਢ ਲਿਆ, ਸੋਨਾ ਕੱਢ ਲਿਆ? ਨਹੀਂ ਬੋਲਦੀ, ਕਹਿੰਦੀ ਨਹੀਂ।
ਬਸ ਜਿਹਦੇ ਵਿੱਚ ਧਰਤੀ ਵਾਲਾ ਸਹਿਜ ਆ ਗਿਆ ਨਾ, ਅਸਲ ਵਿੱਚ ਉਹਨੂੰ ਸਾਧੂ ਕਹਿੰਦੇ ਆ। ਕਹਿੰਦੇ ਬੋਲ ਕਬੋਲ ਸਾਧੂ ਸਹਿ। ਇੱਕ ਦੁਨਿਆਵੀ ਬੋਲ ਕਬੋਲ ਕਿਹੜੇ ਆ? ਗੰਦੀਆਂ ਮੰਦੀਆਂ ਗਾਲਾਂ, ਉਹ ਸਾਧੂ ਸਹਿ ਸਕਦਾ ਹੈ। ਸਹਿਣਾ ਕੀ ਹੈ? ਜਿਹਨੂੰ ਸਹਿਣਾ ਆ ਗਿਆ ਉਹਨੂੰ ਕਹਿਣਾ ਆ ਜਾਂਦਾ ਹੈ। ਰੱਬ ਰੱਬ ਕਹਿਣਾ ਆ ਜਾਂਦਾ ਉਹਨੂੰ, ਜਿਹਨੂੰ ਸਹਿਣਾ ਆ ਜੇ। ਸਾਡੇ 'ਚ ਸਹਿਣਸ਼ੀਲਤਾ ਨਹੀਂ ਹੈ। ਗੁਰਬਾਣੀ ਲਿਖ ਰਹੀ ਹੈ, ਕਹਿ ਰਹੀ ਹੈ ਸਹਿਣਸ਼ੀਲੰ ਸੰਤੰ। ਕਹਿੰਦੇ ਸੰਤਾਂ ਮਹਾਂਪੁਰਖਾਂ ਵਿੱਚ ਸਹਿਣਸ਼ੀਲਤਾ ਹੁੰਦੀ ਹੈ। ਲੋਕਾਂ ਦੇ ਬੋਲ ਕਬੋਲ ਸੁਣ ਕੇ ਵੀ ਦਿਲ ਤੇ ਨਹੀਂ ਲਾਉਂਦੇ। ਜਦ ਗੁਰੂ ਨਾਨਕ ਸਾਹਿਬ ਜੀ ਨੂੰ ਬੋਲ ਕਬੋਲ ਆਖੇ, ਗੁਰੂ ਸਾਹਿਬ ਇਸ ਲਈ ਨਹੀਂ ਬੋਲੇ ਵੀ ਸਾਡੇ ਪਿਤਾ ਸਮਾਨ ਹਨ। ਪਿਤਾ ਜੀ ਲੱਗਦੇ ਆ, ਸਹੁਰਾ ਸਾਹਿਬ ਨੇ। ਸਹੁਰਾ ਵੀ ਪਿਓ ਹੁੰਦਾ ਹੈ, ਸੱਸ ਵੀ ਮਾਂ ਹੁੰਦੀ, ਤੇ ਮੰਨਣ ਦੀ ਗੱਲ ਹੈ। ਭਾਈ ਬਾਲਾ ਜੀ ਕਹਿੰਦੇ ਸੱਚੇ ਪਾਤਸ਼ਾਹ ਨਹੀਂ ਬੋਲੇ, ਅੱਖ ਭਰ ਕੇ ਵੀ ਉਹਨਾਂ ਤੱਕਿਆ ਨਹੀਂ ਉਹਨਾਂ ਵੱਲ ਵੀ ਜੇ ਅੱਖ ਭਰ ਕੇ ਵੇਖਿਆ ਵੱਡਿਆਂ ਦਾ ਨਰਾਦਰ ਹੋਊ। ਪਰ ਇਹਦਾ ਭਾਵ ਇਹ ਨਹੀਂ ਹੁੰਦਾ ਵੀ ਜੇ ਤੁਸੀਂ ਕਿਸੇ ਦਾ ਸਤਿਕਾਰ ਕਰਦੇ ਹੋ, ਵੱਡਾ ਮੰਨਦੇ, ਤੇ ਤੁਹਾਨੂੰ ਜਲੀਲ ਕਰੀ ਜਾਏ ਬੈਠਾ ਵੀ ਤੂੰ ਛੋਟਾ ਹੁੰਨਾ ਤੇ ਬਦਨਾਮੀ ਸਹਿ, ਬੇਇੱਜ਼ਤੀ ਕਰਾ। ਪਰ ਉਹ ਵੱਡੇ ਸਨ ਗੁਰੂ ਸਾਹਿਬ, ਬੜਪਨ ਸੀ ਉਹਨਾਂ ਦਾ। ਪਿਤਾ ਸਮਾਨ ਜਾਣ ਕੇ ਮੰਦਾ ਬੋਲਣਾ ਬੋਲਿਆ। ਬਹੁ ਦੁਰਵਚਨ ਭਾਖ ਕਰ ਮੂਲਾ, ਹੋਰਿਆਵਾ ਜਿਹ ਮਤ ਪ੍ਰਤਕੂਲਾ। ਇਹਦੇ ਮਤ ਸਤਿਗੁਰਾਂ ਤੋਂ ਉਲਟ ਸੀ, ਪ੍ਰਤਕੂਲ ਸੀ। ਮਾੜੇ ਮਾੜੇ ਸ਼ਬਦ ਬੋਲੇ, ਘੰਟਾ ਸਵਾ ਘੰਟਾ ਜਿੰਨਾ ਗੁੱਸਾ ਬੋਲੀ ਗਏ ਬੋਲੀ ਗਏ। ਕਹਿੰਦੇ ਹੁਣ ਕੀ ਬੋਲੇਗਾ, ਤੇਰੇ ਕੋਲ ਬੋਲਣ ਨੂੰ ਕੀ ਹੈ? ਸੁਭਾਵਿਕ ਹੈ ਜੀ। ਜੇ ਕੋਈ ਚੁੱਪ ਰਵੇ ਨਾ ਇਸ ਦੀ ਲੜਾਈ ਸੁਣ ਕੇ, ਗਾਲਾਂ ਸੁਣ ਕੇ, ਲੋਕੀ ਕਹਿੰਦੇ ਤੂੰ ਕਾਣਾ, ਤੂੰ ਚੋਰ ਹੈ ਤਾਂ ਨਹੀਂ ਬੋਲਦਾ। ਤੇ ਜੇ ਬੋਲੇ ਕਹਿੰਦੇ ਲੈ ਲਿਆਕਤ 'ਚ ਨਹੀਂ ਰਹਿੰਦਾ, ਤੈਨੂੰ ਅਕਲ ਨਹੀਂ, ਤੂੰ ਵੱਡਿਆਂ ਦਾ ਸਤਿਕਾਰ ਨਹੀਂ ਕਰਦਾ, ਤੈਨੂੰ ਤਮੀਜ਼ ਨਹੀਂ, ਸੈਂਸ ਨਹੀਂ। ਦੁਨੀਆ ਇੱਧਰ ਨੂੰ ਹੋ ਜਾਂਦੀ ਹੈ। ਚੁੱਪਾਂ ਤਾਂ ਮਾੜਾ, ਬੋਲੇ ਤੇ ਤਾਂ ਮਾੜਾ। ਗੁਰੂ ਨਾਨਕ ਸਾਹਿਬ ਮਹਾਰਾਜ ਨਾ ਬੋਲੇ, ਕਹਿੰਦੇ ਬੋਲੇਗਾ ਕੀ? ਸਭ ਕੁਝ ਲੁਟਾ ਬੈਠਾ। ਤੇਰੇ ਕੋਲ ਹੈ ਕੀ ਹੈ? ਸੱਚੀ ਜੇ ਕੁਝ ਹੋਵੇਗਾ ਤੇ ਬੋਲੇਗਾ। ਕਹਿੰਦੇ ਜਿੰਨੇ ਇੱਕ ਮਾੜੇ ਸ਼ਬਦ ਕਹਿ ਸਕੇ ਆਪਣੀ ਜ਼ਿੰਦਗੀ 'ਚ ਕਹੇ ਹੋਣੇ, ਕਹਿ ਤੂੰ ਕੇ ਕਹਿੰਦੇ ਚੰਗਾ ਫਿਰ ਤੇਰੇ ਨਾਲ ਕਿਹੜਾ ਮੱਥਾ ਮਾਰਾਂ, ਆਖੋ ਸਤਿਨਾਮ। ਸੁਭਾਵਿਕ ਗੱਲ ਹੈ ਜੀ। ਬੰਦਾ ਸਭ ਕੁਝ ਬੋਲ ਕੇ ਕਹਿੰਦਾ ਲੈ ਅੱਜ ਤੋਂ ਬਾਅਦ ਤੈਨੂੰ ਨਹੀਂ ਕੁਝ ਕਹਿੰਦਾ, ਤੈਨੂੰ ਕੁਝ ਨਹੀਂ ਕਹਿਣਾ। ਛੱਡਿਆ ਕੀ ਹੈ? ਸਭ ਕੁਝ ਬੋਲਣ ਤੋਂ ਬਾਅਦ ਮੂਲ ਚੰਦ ਜੀ ਕ੍ਰੋਧ ਵਿੱਚ ਬੜਬੜਾਉਂਦੇ ਸ਼ਮਸ਼ਾਨ ਤੋਂ ਬਾਹਰ ਆ ਗਏ, ਮੜੀਆਂ ਤੋਂ ਬਾਹਰ ਆ ਗਏ। ਹੁਣ ਲੋਕਾਂ ਨੂੰ ਦੱਸਦੇ ਆਉਂਦੇ ਆ, ਕਹਿੰਦੇ ਅਕਲ ਨਹੀਂ ਹੈ, ਬੈਠਾ ਦੇ ਕਿੱਥੇ, ਲਟਾ ਕੇ ਬਹਿ ਗਿਆ ਸਾਰਾ ਕੁਝ। ਸਾਡੇ ਭਾਗ ਮਾੜੇ, ਸਾਡੀ ਕਿਸਮਤ ਮਾੜੀ, ਜਿੰਨਾ ਅੱਗਾ ਪਿੱਛਾ ਗੁਣ ਕੋਈ ਵੇਖਿਆ ਨਹੀਂ। ਏਵ ਨ ਲਖੈ ਈਸ਼ ਜਗ ਦੇਵਿੰ, ਜਿਸ ਸੋ ਛਾਤੀ ਜਰਤ ਸदैविੰ। ਗੁਰੂ ਸਾਹਿਬ ਕਿਉਂ ਮੁਸਕਰਾ ਰਹੇ ਆ ਚੁੱਪ ਚਪੀਤੇ ਅੰਦਰੋਂ? ਜਾਣਦੇ ਵਿਚਾਰੇ ਸਾਡਾ ਭੇਦ ਹੀ ਨਹੀਂ ਜਾਣਦੇ, ਪਤਾ ਹੀ ਨਹੀਂ ਇਹਨਾਂ ਨੂੰ ਸਾਡੇ ਦਾ। ਲੜਨਾ ਕੀ ਹੈ, ਕਹਿਣਾ ਕੀ ਹੈ? ਪਰ ਮੂਲ ਚੰਦ ਜੀ ਦਾ ਸੀਨਾ ਤਪਿਆ, ਛਾਤੀ ਤਪੀ ਹੋਈ ਹੈ। ਬੜਬੜਾਉਂਦੇ ਬੋਲਦੇ ਬੋਲਦੇ ਘਰ ਆ ਕੇ ਫਿਰ ਜੈ ਰਾਮ ਜੀ ਦੇ ਦੁਆਲੇ ਹੋ ਗਏ। ਕਹਿੰਦੇ ਸਾਰੇ ਪਾਪਾਂ ਦੀ ਜੜ ਤੂੰ ਹੈ, ਸਾਰੇ ਫਸਾਦ ਤੇਰੇ ਨੇ। ਤੈਨੂੰ ਪਤਾ ਸੀ ਵੇਲੜ ਹੈ, ਕੁਛ ਕਰ ਨਹੀਂ ਸਕਦਾ, ਪਿਤਾ ਦਾ ਕਹਿਣਾ ਨਹੀਂ ਮੰਨਦਾ। ਜ਼ਰੂਰ ਵਿਆਹਣਾ ਸੀ ਇਹਨੂੰ। ਕਿੱਥੇ ਬੈਠਾ ਜਾ ਕੇ ਵੇਖ, ਕੋਈ ਬਹਿਣ ਵਾਲੀ ਥਾਂ, ਕੋਈ ਉੱਥੇ ਤੇ ਕੋਈ ਜਿਉਂਦਾ ਜੀ ਜਾਵੇ ਕਿਸੇ ਨੂੰ ਸਾੜ ਨੂੰ, ਆ ਕੇ ਨਹਾਉਂਦਾ ਫਿਰਦਾ ਦਰਿਆਵਾਂ 'ਚ ਵੀ ਅੱਜ ਸ਼ਮਸ਼ਾਨ ਜਾ ਕੇ ਆਇਆ, ਕੱਪੜੇ ਬਦਲੋ ਲੱਗੇ, ਕਿਉਂਕਿ ਸਵਾਹ ਪਾਈ ਫਿਰਦਾ ਉੱਥੇ। ਬੜਾ ਕੁਛ ਬੋਲਿਆ ਜੀ। ਕਵੀ ਕਹਿੰਦੇ ਹੱਦਾਂ ਕਰਦੀਆਂ ਬੋਲਣ ਵਾਲੀਆਂ। ਆਪਣਾ ਅੰਦਰ ਦਾ ਗੁਬਾਰ ਕੱਢ ਲਿਆ ਸਾਰਾ। ਥੋੜੇ ਜਿਹੇ ਠੰਡੇ ਹੋਏ, ਜੈ ਰਾਮ ਜੀ ਨੂੰ ਤਾਨੇ ਮਾਰਦੇ ਹਨ। ਪੂਰ ਬੇਸੂਰ ਹੈ ਘਟੀ ਗੁਨੰਤ, ਬਿਨ ਲਖੇ ਅਤ ਹਵੈ ਦੁਖਵੰਤਾ। ਬੋਲ ਬੋਲ ਕੇ ਘਰ ਆ ਗਏ ਜਿੱਥੇ ਧੀ ਬੈਠੀ ਸੀ, ਕੱਲੇ ਬੋਲੀ ਜਾਂਦੇ ਆ, ਬੜਬੜਾ ਰਹੇ ਆ। ਗੁੱਸਾ ਦੇ ਵੀ ਹੈ, ਗਿਆ ਨਹੀਂ, ਬਸ ਡਾਊਨ ਹੋ ਗਿਆ, ਥੋੜਾ ਜਿਹਾ ਕੂਲ ਡਾਊਨ ਹੋ ਰਹੇ ਆ ਥੋੜੇ ਥੋੜੇ। ਅੰਦਰੋਂ ਅੰਦਰ ਬੋਲੀ ਜਾਂਦੇ ਆ, ਮੈਂ ਨਹੀਂ ਆਪਣੀ ਧੀ ਦਾ ਦੁੱਖ ਵੇਖ ਸਕਦਾ, ਮੈਥੋਂ ਨਹੀਂ ਬਰਦਾਸ਼ਤ ਹੋਣਾ, ਮੈਂ ਮਰ ਜਾਊਂਗਾ। ਪਰ ਹੁਣ ਇਹਨਾਂ ਨੂੰ ਅਕਲ ਸਿਖਾ ਕੇ ਜਾਊਂਗਾ। ਜੋ ਸੀ ਉਹਨਾਂ ਕੋਲ ਗੁੱਸੇ 'ਚ ਬੋਲਦੇ ਰਹੇ, ਬੜਬੜਾਉਂਦੇ ਰਹੇ। ਪਰ ਕਹਿੰਦੇ ਇਹ ਵੇਖੋ ਵੀ ਜਿਹੜਾ ਮਨੁੱਖ ਜ਼ੁਬਾਨ ਤੋਂ ਇੰਨਾ ਗਰਮ ਬੋਲਦਾ ਹੈ, ਅੰਦਰੋਂ ਕਿੰਨਾ ਤੂਫਾਨ ਹੋਣਾ, ਅੰਦਰੋਂ ਕਿੰਨਾ ਕਲਪਿਆ ਹੋਣਾ, ਕਿੰਨੇ ਦੁਖੀ ਹੋਣਗੇ। ਦੋਹਰਾ ਜਹ ਦਿਜ ਕੀ ਸੰਗਤ ਕਰਤ, ਤੇ ਢਿਗ ਬੈਸਿਓ ਜਾਏ। ਇਸੇ ਘਰ 'ਚ ਬੈਠੇ ਸੀ ਪੰਡਤ ਸਿਆਮਾ ਜੀ,
ਸਿਆਮ ਚੰਦ ਪੰਡਤ। ਮੂਲ ਚੰਦ ਜੀ ਦੁਖੀ ਸੀ, ਉੱਠ ਕੇ ਉਹਦੇ ਕੋਲ ਆ ਗਏ, ਦੁੱਖ ਦੱਸਣਾ ਆਪਣਾ। ਕਹਿੰਦੇ ਪੰਡਤ ਜੀ ਮੈਨੂੰ ਤੇ ਸਮਝ ਨਹੀਂ ਆਉਂਦਾ, ਮੇਰੀ ਤੇ ਜ਼ਿੰਦਗੀ ਡੁੱਬ ਗਈ, ਜ਼ਿੰਦਗੀ ਦੀ ਬੇੜੀ ਇਹੋ ਜੀ ਮੰਝ ਧਾਰ ਚ ਵਸੀ ਹੈ, ਕੀ ਕਰਾਂ ਮੈਂ? ਜੈ ਰਾਮ ਜੀ ਨੂੰ ਕਿੰਨਾ ਕੁ ਸਮਝਾਵਾਂ, ਉਹਨਾਂ ਦੀ ਕਿਹੜਾ ਕੋਈ ਸੁਣਦਾ ਹੈ। ਤੁਸੀਂ ਕਿਰਪਾ ਕਰੋ, ਕੋਈ ਹੱਲ ਕੱਢ ਕੇ ਜਾਓ। ਮੈਂ ਇਸੇ ਕਰਕੇ ਤੁਹਾਨੂੰ ਲੈ ਕੇ ਆਇਆ। ਪੰਡਤ ਬੜਾ ਸਿਆਣਾ ਸੀ, ਸਿਆਣਾ। ਉਹ ਲੱਗਦਾ ਸੀ ਵੀ ਮੇਰੇ ਵਰਗਾ ਚਤਰ ਕੋਈ ਨਹੀਂ। ਸਿਆਣੇ ਕਈ ਤਰ੍ਹਾਂ ਦੇ ਹੁੰਦੇ ਆ। ਇੱਕ ਸਿਆਣਾ ਉਹ ਜਿਹੜਾ ਸਿਆਣਪ ਕਰਕੇ ਵੀ ਸ਼ੋਅ ਨਹੀਂ ਕਰਦਾ ਵੀ ਮੈਨੂੰ ਕੁਝ ਅਕਲ ਹੈ, ਤੇ ਇੱਕ ਦੇ ਅੱਲੇ ਪੱਲੇ ਕੱਖ ਨਾ ਹੋਵੇ ਤੇ ਉਹ ਐਵੇਂ ਫੋਕੇ ਫੈਂਟਰ ਛੱਡਦਾ ਫਿਰੇ ਵੀ ਲੈ ਸਾਡੀ ਐਡਵਾਈਸ ਲਿਆ ਕਰੋ ਜੀ, ਸਾਡੀ ਸਲਾਹ ਲਿਆ ਕਰੋ, ਅਸੀਂ ਤੇ ਆਹ ਕਰਤਾ ਉਹ ਕਰਤਾ। ਮੀਆਂ ਬਿੱਟੂ ਹੁਣ ਪੰਡਤ ਨੇ ਸਾਰੇ ਰਾਹ ਮੂਲ ਚੰਦ ਨਾਲ ਇਹੋ ਹੀ ਗੱਲਾਂ ਕੀਤੀਆਂ, ਮੈਂ ਇੰਨੇ ਘਰ ਵਸਾਏ। ਅੱਜ ਜਦੋਂ ਕਿਤੇ ਪੰਚਾਇਤਾਂ ਦੀਆਂ ਹੁੰਦੀਆਂ ਨੇ ਤੁਹਾਨੂੰ ਬੜੇ ਫਰੋਟੀਆਂ ਜੀਆਂ ਮਾਰਨ ਵਾਲੇ ਮਿਲਣਗੇ, ਲੈ ਮੈਂ ਇੰਨੇ ਕੇਸ ਸੋਲਵ ਕਰਾਤੇ, ਮੈਂ ਫਲਾਣਾ ਕਰਾਤਾ। ਕੋਈ ਨਹੀਂ ਪੁੱਛਦਾ। ਇੱਧਰ ਵਾਲੇ ਨੂੰ ਕਹਿੰਦੇ 5 ਤੇ ਇੱਥੋਂ ਲਊਗਾ, 20 ਤੇ ਇੱਥੋਂ ਲਊਗਾ, ਦੋਨੇ ਪਾਸੇ ਸੈਟਿੰਗ। ਦੁਨੀਆ ਦਾ ਹਾਲ ਇਹ ਹੁੰਦਾ। ਹੁਣ ਇਹ ਪੰਡਤ ਜਿਹੜਾ ਆਇਆ ਕਿਹੜਾ ਮੁਫਤ ਆ ਗਿਆ? ਕੁੱਲ ਪੰਡਤ ਹੈ। ਕੋਈ ਸਮਝੌਤਾ ਕਰਕੇ ਜਾਣਗੇ, ਸੁੱਖ ਨਾਲ ਕੱਪੜੇ ਵੀ ਲੈ ਕੇ ਜਾਣਗੇ, ਭੇਡਾਂ ਦక్షਣਾ ਵੀ ਮਿਲੂਗੀ। ਹੁਣ ਪੰਡਤ ਦਾ ਕੰਮ ਸੀ ਸਲਾਹ ਦੇਣਾ। ਕਹਿੰਦਾ ਮੂਲ ਚੰਦ ਜੀ ਚਿੰਤਾ ਨਾ ਕਰੋ, ਇਹਦਾ ਹੱਲ ਵੀ ਕਰ ਦਿਆਂਗੇ। ਆਖੋ ਸਤਿਨਾਮ, ਕਰ ਦਿਆਂਗੇ ਹੱਲ। ਕਿਉਂਕਿ ਪੰਡਤ ਤੰਤਰ ਵਿਦਿਆ ਜਾਣਦਾ ਹੈ। ਉਹਨੂੰ ਲੱਗਦਾ ਹੈ ਵੀ ਜੇ ਸ਼ਮਸ਼ਾਨ 'ਚ ਬੈਠਾ ਕੋਈ ਭੂਤ ਪ੍ਰੇਤ ਆ ਤੇ ਮੈਂ ਖਿੱਚ ਲਿਆਉਂ ਇੱਥੇ, ਪੜ੍ਹ ਤੂੰ ਮੰਤਰ, ਤੁਸੀਂ ਚਿੰਤਾ ਨਾ ਕਰੋ। ਉਹ ਕਹਿੰਦਾ ਪੰਡਤ ਜੀ ਰੋਦਾ ਹੀ ਕੰਮ ਹੋ ਗਿਆ, ਮੈਂ ਪਹਿਲਾਂ ਵੀ ਆਇਆ, ਬੜਾ ਸਮਝਾਇਆ। ਉਦੋਂ ਮੋਦੀ ਖਾਨੇ ਬੈਠੇ ਰਹਿੰਦੇ ਸੀ, ਚਲੋ ਇੱਕ ਆਸ ਤੇ ਸੀ ਵੀ ਕੰਮ ਤੇ ਕਰਦੇ ਆ, ਵੇਲੇ ਤਾਂ ਨਹੀਂ ਹੈ। ਚਾਹੇ ਉਹ ਪੈਸੇ ਵੰਡੀ ਜਾਂਦੇ ਲੋਕਾਂ 'ਚ, ਜੋ ਮਰਜ਼ੀ ਕਰਦੇ, ਕਹਿੰਦੇ ਲੈ ਹੁਣ ਤੇ ਵੇ ਕਿੱਥੇ ਬੈਠੇ ਆ, ਸ਼ਮਸ਼ਾਨ 'ਚ ਜਾ ਕੇ। ਇਹ ਚੰਗਾ ਲੱਗਦਾ ਹੈ ਕਿਉਂਕਿ ਉਹ ਬੜੇ ਕੌੜੇ ਸ਼ਬਦ ਵਰਤਦੇ ਆ ਜੋ ਵਰਤਣੇ ਨਹੀਂ ਚਾਹੀਦੇ, ਕਿਉਂਕਿ ਉਹਨਾਂ ਨੂੰ ਭੇਦ ਨਹੀਂ ਗੁਰੂ ਸਾਹਿਬ ਦਾ, ਉਹ ਨਹੀਂ ਜਾਣਦੇ। ਉਹਨਾਂ ਲਈ ਗੁਰੂ ਨਾਨਕ ਸਾਹਿਬ ਇੱਕ ਆਮ ਵਿਅਕਤੀ ਹਨ। ਮਨ ਕੇ ਦੁਖ ਵਰਣਨ ਕਰੇ, ਰੋਤ ਭਇਓ ਦੁਖ ਪਾਏ। ਪੰਡਤ ਜੀ ਕਹਿੰਦੇ ਜੀ ਸ਼ੁਰੂ ਤੋਂ ਗੱਲ ਦੱਸੋ ਵੀ ਮਨ ਮੁਟਾਵ ਚੱਲੇ ਕਿੱਥੋਂ? ਇੱਕਦਮ ਤੇ ਸ਼ਮਸ਼ਾਨ ਨਹੀਂ ਗਏ ਉਹ, ਕੋਈ ਤੇ ਗੱਲ ਹੋਣੀ। ਕਦੇ ਤੁਹਾਡੀ ਪੁੱਤਰੀ ਨੇ ਕੋਈ ਮਾੜਾ ਬੋਲ ਕਬੂਲ ਬੋਲਿਆ ਹੋਵੇ, ਕਹਿੰਦੇ ਨਾ ਨਾ ਮੇਰੀ ਪੁੱਤਰੀ ਤੇ ਗਊਗੀ ਨਹੀਂ, ਕੀ ਕਹਿੰਦੇ ਇਹ ਨਹੀਂ ਕੁਛ ਕਹਿੰਦੀ, ਕਹਿੰਦੇ ਗੱਲ ਕੋਈ ਹੋਣੀ। ਫਿਰ ਗੱਲ ਸ਼ੁਰੂ ਕੀਤੀ ਰੋ ਰੋ ਕੇ। ਕਹਿੰਦੇ ਜੀ ਮੈਨੂੰ ਨਹੀਂ ਸੀ ਪਤਾ ਇਹਨਾਂ ਦੇ ਪਿਤਾ ਪਟਵਾਰੀ ਨੇ, ਬਹੁਤ ਚੰਗਾ ਕੰਮਕਾਰ ਹੈ। ਮੈਂ ਤੇ ਪਿਤਾ ਦਾ ਕੰਮ ਵੇਖਿਆ, ਸੋਚਿਆ ਜੇ ਪਿਤਾ ਦਾ ਕੰਮਕਾਰ ਚੰਗਾ ਤੇ ਪੁੱਤ ਵੀ ਚੰਗਾ ਹੋਣਾ। ਆਪਣਾ ਦੁੱਖ ਦੱਸ, ਮੈਨੂੰ ਕੀ ਪਤਾ ਸੀ ਇਹ ਨਿਕੰਮੇ ਆ, ਕੋਈ ਕੰਮਕਾਰ ਕਰ ਨਹੀਂ ਸਕਦੇ। ਸੋਰਠਾ ਏਕ ਦਿਵਸ ਸੁਖ ਨਾਹੀ, ਜਬ ਕੀ ਸੁਤਾ ਵਿਵਾਹੀ ਦੀ। ਇਹ ਗੱਲਾਂ ਕਹਿ ਕੇ ਪੰਡਤ ਕੋਲ ਰੋ ਪਏ। ਕਹਿੰਦੇ ਰੱਬਾ ਮੇਰਿਆ, ਜਿੱਦਣ ਦੀ ਧੀ ਵਿਆਹੀ ਆ ਇੱਕ ਦਿਨ ਵੀ ਮੈਂ ਸੁੱਖ ਦਾ ਨਹੀਂ ਵੇਖਿਆ। ਆਖੋ ਸਤਿਨਾਮ। ਮੈਂ ਰੋਜ਼ ਹੀ ਦੁਖੀ ਹਾਂ, ਨੇਤੀ ਖਾਤੇ ਆ ਜਾਂਦਾ ਹੈ, ਨਿਤ ਮੇਰੀ ਧੀ ਦੁਖੀ ਰਹਿੰਦੀ ਆ, ਨਾ ਕੁਝ ਖਾਵੇ ਨਾ ਕੁਝ ਪੀਵੇ, ਦੁੱਖ ਕਿਹਨੂੰ ਦੱਸੇ? ਜੈ ਰਾਮ ਜੀ ਉਹਦੇ ਭਰੋਸੇ ਬੜਾ ਕਰਦੇ, ਉਹ ਕਹਿੰਦੇ ਰੱਬ ਵਰਗਾ ਉਹਨੂੰ ਕਹਿਣੇ ਕੁਛ ਨਹੀਂ। ਦੱਸੋ ਫਿਰ ਕੀ ਕਰੀਏ? ਪੰਡਤ ਨੇ ਸੋਚਿਆ ਵੀ ਤੇ ਬੜੀ ਭਾਰੀ ਮੁਸੀਬਤ ਹੈ, ਮੁਸੀਬਤ ਦਾਦਾ ਲੱਗਦਾ ਹੈ ਉਹਨੂੰ ਵੀ ਹੱਲ ਹੋਣਾ ਨਹੀਂ। ਕਿਤੇ ਨਾ ਕਿਤੇ ਲੱਗਦਾ ਹੈ ਵੀ ਜਿਹਦਾ ਸੁਭਾਅ ਹੀ ਵੱਖਰਾ, ਉਹਨੂੰ ਤੁਸੀਂ ਬਦਲ ਕੀ ਸਕਦੇ ਹੋ? ਤੁਸੀਂ ਬਦਲ ਸਕਦੇ ਹੋ? ਲੱਖ ਜ਼ੋਰ ਲਾ ਲਓ, ਬੁਰੇ ਬਣ ਜਾਓਗੇ, ਨਹੀਂ ਬਦਲ ਸਕਦੇ। ਬੰਦੇ ਦੀਆਂ ਆਦਤਾਂ ਨਹੀਂ ਜਾਂਦੀਆਂ। ਪੰਡਤ ਉਸ ਮੁਤਾਬਕ ਸੋਚਦਾ ਵੀ ਜੇ ਉਹ ਬੈਠੇ ਸ਼ਮਸ਼ਾਨਾਂ 'ਚ ਹੈ, ਉਹਨੂੰ ਪੀਰਾਂ ਫਕੀਰਾਂ ਨਾਲ ਰਹਿਣਾ ਚੰਗਾ ਲੱਗਦਾ, ਤੇ ਫਿਰ ਮੈਂ ਗ੍ਰਸਥ ਧਰਮ 'ਚ ਕਿੱਦਾਂ ਬਿਠਾ ਲਿਆਂਗਾ ਉਹਨਾਂ ਨੂੰ? ਅੰਦਰੋਂ ਅੰਦਰ ਸੋਚਦਾ। ਪਰ ਮੂਲ ਚੰਦ ਜੀ ਦਾ ਦੁੱਖ ਇਹਨਾਂ ਤੋਂ ਸਹਾਰਿਆ ਜਾਂਦਾ ਨਹੀਂ। ਬੈਸਿਓ ਗੋਰ ਨ ਮਾਹੀ, ਤਜ ਤਰਨੀ ਘਰ ਕਾਰ ਸਭ। ਪੰਡਤ ਜੀ ਤੁਸੀਂ ਆਪ ਦੱਸੋ, ਮੜੀਆਂ 'ਚ ਬੈਠੇ ਆ, ਕਬਰਾਂ 'ਚ ਬੈਠੇ ਆ, ਗ੍ਰਸਤੀ ਬੰਦੇ ਨੂੰ ਸ਼ੋਭਾ ਦਿੰਦੀਆਂ ਗੱਲਾਂ? ਕੀ ਘਰ ਨਹੀਂ ਹੈ, ਪਰਿਵਾਰ ਨਹੀਂ, ਬੱਚੇ ਨਹੀਂ, ਜਾਂ ਘਰ ਰੋਟੀ ਨਹੀਂ ਮਿਲਦੀ, ਪਤਨੀ ਘਰ ਬੈਠੀ ਬਿਲਕਦੀ ਹੈ ਤੇ ਬੈਠੇ ਨੇ ਮੜੀਆਂ ਮਸਾਣੀਆਂ 'ਚ। ਤੁਸੀਂ ਇਹ ਦੱਸੋ ਵੀ ਮੇਰੀ ਕੀ ਇੱਜ਼ਤ? ਆਖੋ ਸਤਿਨਾਮ। ਲੋਕ ਤੇ ਹੀ ਕਹਿਣਗੇ ਨਾ ਮੂਲ ਚੰਦ ਦਾ ਜਵਾਈ ਵੇਖੋ ਕਿੰਨੀ ਸੋਹਣੀ ਥਾਂ ਤੇ ਬੈਠੇ। ਕੀ ਕਹਿਣਗੇ ਲੋਕ? ਮੈਂ ਪਟਵਾਰੀ ਆ, ਪੱਖੋਂ ਕੇ ਰੰਧਾਵੇ ਆ, ਇੰਨਾ ਮਾਣ ਸਨਮਾਨ ਮੇਰਾ, ਮੈਂ ਕਿੱਥੇ ਆ ਕੇ ਰੁਲ ਗਿਆ ਹਾਂ। ਤੋਹਰਾ ਸੁਣ ਕਰ ਆਤਰ ਬਚਨ ਤੇ,
ਦਿਜਵਰ ਕੀਓ ਪਿਆਨ। ਪੰਡਤ ਕਹਿੰਦਾ ਜੀ ਫਿਰ ਹੁਣ ਮੇਰੇ ਗੱਲ ਸਮਝ ਆ ਗਈ। ਮੂਲ ਚੰਦ ਜੀ ਦੇ ਕੇ ਥਾਪੜਾ। ਪੰਡਤ ਭਾਵੇਂ ਉਮਰ ਤੇ ਛੋਟਾ ਹੈ, ਰੁਤਬੇ ਜਿਹਦੇ ਵੱਡਾ ਹੈ, ਭਾਵੇਂ ਉਹਦੀ ਉਮਰ ਮੂਲ ਚੰਦ ਤੋਂ ਅੱਧੀ ਹੈ, 35-40 ਸਾਲ ਦਾ। ਉਹ ਮੂਲ ਚੰਦ ਵੱਡੇ ਆ ਉਮਰ 'ਚ। ਉਮਰਾਂ ਕਰਕੇ ਕੋਈ ਵੱਡਾ ਛੋਟਾ ਨਹੀਂ ਹੁੰਦਾ, ਰੁਤਬੇ ਸਦਾ ਪੂਜੇ ਜਾਂਦੇ ਆ। ਜੇ ਉਮਰਾਂ ਦੀਆਂ ਗੱਲਾਂ ਕਰੀਏ, ਬਾਬਾ ਫਤਿਹ ਸਿੰਘ ਦੀ ਉਮਰ ਕਿੰਨੀ ਹੈ ਜੀ? 7 ਸਾਲ। 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀਆਂ ਦੀ ਉਮਰ ਕਿੰਨੀ ਹੈ? 5 ਸਾਲ ਗੁਰਗੱਦੀ ਤੇ ਬੈਠੇ ਆ। ਰੌਲਾ ਉਮਰਾਂ ਦਾ ਨਹੀਂ ਹੈ। ਧਰੂ ਤੇ ਪ੍ਰਹਿਲਾਦ 5-5 ਸਾਲ ਦੇ ਨੇ। ਰੁਤਬੇ ਪੂਜੇ ਜਾਂਦੇ ਹੁੰਦੇ ਆ। ਰੁਤਬੇ ਕਮਾਇਆ ਕੀ ਹੈ ਜ਼ਿੰਦਗੀ 'ਚ? ਕਿੰਨਾ ਲੋਕ ਸਨਮਾਨ ਕਰਦੇ ਆ। ਦੁਨੀਆ ਦੇ ਦਿਲਾਂ 'ਚ ਇੱਜ਼ਤ ਕਿੰਨੀ ਹੈ? ਇਹ ਪੂਜਿਆ ਜਾਂਦਾ। ਉਮਰਾਂ ਨੂੰ ਤੇ ਕਈਆਂ ਦੀਆਂ ਚਿੱਟੀਆਂ ਦਾੜੀਆਂ ਵੀ ਹੋ ਜਾਂਦੀ, ਸਾਰੀ ਜ਼ਿੰਦਗੀ ਅਕਲ ਨਹੀਂ ਹੁੰਦੀ, ਘਰ ਦੇ ਗਾਲਾਂ ਕੱਢੀ ਜਾਂਦੇ ਆ, ਨਿਆਣੇ ਕੁਛ ਨਹੀਂ ਹੁੰਦੇ। ਤੇ ਜਿਹਨੂੰ ਮੱਤ ਆ ਗਈ ਨਾ, ਰੱਬ ਨੇ ਦੇਤੀ, ਛੋਟੀਆਂ ਉਮਰਾਂ 'ਚ ਹੀ ਸਿਆਣੇ ਹੋ ਜਾਂਦੇ ਆ। ਪੰਡਤ ਜੀ ਦਾ ਸਤਿਕਾਰ ਸੀ। ਬੇਸ਼ੱਕ ਰੁਤਬੇ 'ਚ ਵੱਡੇ ਨੇ ਪਟਵਾਰੀ ਸਾਹਿਬ ਮੂਲ ਚੰਦ ਜੀ, ਰੁਤਬੇ 'ਚ ਵੱਡੇ ਆ, ਉਮਰ 'ਚ ਵੱਡੇ ਆ, ਪਰ ਪੰਡਤ ਦੀਆਂ ਗੱਲਾਂ ਤੇ ਇਤਬਾਰ ਹੈ, ਕਿਉਂਕਿ ਉਹਨੇ ਜਿਹੜੀ ਵਿੱਦਿਆ ਪੜ੍ਹੀ ਉਹ ਮੂਲ ਚੰਦ ਨੇ ਥੋੜਾ ਪੜ੍ਹੀ ਹੋਈ ਹੈ। ਜਿਹੜੀ ਭਗਤੀ ਉਹਨਾਂ ਦੀ ਹੋਊਗੀ, ਜਿੰਨਾ ਕੁ ਧਰਮ ਨੂੰ ਉਹ ਜਾਣਦੇ, ਇਹ ਥੋੜਾ ਜਾਣਦੇ ਆ। ਇਸ ਕਰਕੇ ਕਹਿੰਦੇ 7 ਬਚਨ ਪੰਡਤ। ਚਲੋ ਪੰਡਤ ਕਹਿੰਦਾ ਮੈਂ ਜਾ ਕੇ ਸਮਝਾਉਣਾ, ਮੈਨੂੰ ਪਤਾ ਹੈ, ਕਿਉਂਕਿ ਵੇਖੋ ਤੁਸੀਂ ਉਹਨਾਂ ਦੇ ਸਹੁਰਾ ਸਾਹਿਬ, ਤੁਹਾਡੇ ਉਹ ਜਵਾਈ ਨੇ, ਤੁਹਾਡੀ ਗੱਲ ਉਹਨਾਂ ਕਦੇ ਨਹੀਂ ਸੁਣਨੀ ਤੇ ਤੁਸੀਂ ਉਹਨਾਂ ਦੀ ਨਹੀਂ ਮੰਨਣੀ। ਤੁਸੀਂ ਕਹਿਣਾ ਮੇਰੀ ਮੰਨ, ਉਹਨੇ ਕਹਿਣਾ ਮੇਰੀ ਮੰਨ। ਰੌਲਾ ਤੇ ਇਹੀ ਹੈ। 2 ਘਰਾਂ ਪਰਿਵਾਰਾਂ 'ਚ ਲੜਾਈ ਹੋਵੇ ਜੀ, ਤੀਜਾ ਬੰਦਾ ਆ ਕੇ ਸੋਲਵ ਕਰਦਾ ਹੁੰਦਾ। ਉਹ ਕਹਿੰਦਾ ਦੇਖ ਨਾ ਮੈਂ ਤੁਹਾਡਾ ਨਾ ਤੁਹਾਡਾ ਗੱਲ ਕਰੂੰ ਸਾਂਝੀ, ਤੇਰੇ 'ਚ ਵੀ ਗਲਤੀ ਹੈ, ਤੇਰੇ 'ਚ ਵੀ। ਬੰਦਾ ਫੇਰ ਮੰਨਦਾ ਨਾ। ਇੱਧਰ ਵਾਲੇ ਨੂੰ ਕਹਿ ਦਿਓ ਤੂੰ ਸਹੀ ਹੈ, ਇੱਧਰ ਵਾਲੇ ਨੂੰ ਵੀ ਕਹਿ ਦੇ ਤੂੰ ਸਹੀ ਹੈ, ਫਿਰ ਕੀ ਹੈ? ਬਸ ਫਿਰ ਬਾਂਦਰਾਂ ਦੀ ਭੇੜੀ ਵਾਲਾ ਕੰਮ ਹੈ। ਪੰਡਤ ਸਿਆਣਾ ਹੈ, ਉਹਨੂੰ ਪਤਾ ਹੈ ਵੀ ਜੇ ਉਹਨਾਂ ਦਾ ਸੁਭਾਅ ਇਦਾਂ ਦਾ ਹੋਇਆ, ਮੈਨੂੰ 4 ਔਗਣ ਇੱਧਰ ਵੀ ਕੱਢਣੇ ਪੈਣਗੇ ਮੂਲ ਚੰਦ ਵਿੱਚ ਵੀ। ਚੱਲ ਕੋਈ ਗੱਲ ਨਹੀਂ ਜੀ, ਘਰ ਪਰਿਵਾਰ ਹੈ, ਠੀਕ ਕਰੋ। ਮੰਨਿਆ ਇੱਕ ਛੋਟਾ ਵੱਡਾ, ਫਿਰ ਕੀ ਹੋ ਜੂ ਜੇ ਇੱਕ ਮਾਫੀ ਮੰਗੂ? ਕਹਿੰਦੇ ਤੁਸੀਂ ਰੁਕੋ ਇੱਥੇ, ਹੋ ਸਕਿਆ ਤੇ ਆ ਵੀ ਜਾਇਓ, ਮੈਂ ਗੱਲ ਕਰਕੇ ਤੇ ਵੇਖਾਂ। ਤੁਹਾਡਾ ਦੁੱਖ ਤੇ ਮੈਨੂੰ ਪਤਾ ਲੱਗ ਗਿਆ, ਤੁਹਾਡੀ ਧੀ ਦਾ ਵੀ ਪਤਾ ਲੱਗ ਗਿਆ ਵੀ ਉਹ ਪਰੇਸ਼ਾਨ ਹੈ। ਉਹ ਆਖਦੀ ਘਰ ਮੇਰਾ ਪਤੀ ਨਹੀਂ ਆਉਂਦਾ, ਕਮਾਈ ਨਹੀਂ ਕਰਦੇ, ਕੋਈ ਬੱਚਿਆਂ ਬਾਰੇ ਕਦੇ ਨਹੀਂ ਪੁੱਛਦੇ, ਖਾਂਦੇ ਪੀਂਦੇ ਨਹੀਂ, ਮਸਾਣਾ 'ਚ ਰਹਿੰਦੇ ਆ। ਕਹਿੰਦੇ ਉਹਨੂੰ ਕਿਹੜਾ ਦੁੱਖ ਹੈ? ਇਹ ਤੇ ਉਹੀ ਦੱਸਾਂਗੇ ਨਾ ਵੀ ਜੋ ਇਨਸਾਨ ਮਸਾਣ 'ਚ ਬੈਠਾ ਹੈ, ਸ਼ਮਸ਼ਾਨ 'ਚ ਬੈਠਾ ਹੈ, ਕੋਈ ਤੇ ਮਜਬੂਰੀ ਰਹੀ ਹੋਣੀ। ਮੂਲ ਚੰਦ ਨੂੰ ਕਿਤੇ ਸਕੂਨ ਮਿਲਿਆ ਵੀ ਚਲੋ ਪੰਡਤ ਜੀ ਮਸਲਾ ਸੋਲਵ ਕਰ ਦੇਣਗੇ। ਚਲੋ ਤਿਸੈ ਸਮਝਾਏ ਹੈ, ਅਸ ਵਿਦ ਕਰਤਬ ਖਾਨ। ਆਖਰਕਾਰ ਪੰਡਤ ਚੱਲਦੇ ਚੱਲਦੇ ਕਹਿੰਦੇ ਚਲੋ ਫਿਰ ਮੂਲ ਚੰਦ ਤੁਸੀਂ ਵੀ ਨਾਲ ਹੀ ਚੱਲੋ, ਕਿਉਂਕਿ ਜਦ ਮੈਂ ਸਮਝਾਉਣਾ ਹੈ। ਜੇ ਉਹਨਾਂ ਤੁਹਾਡੇ ਬਾਰੇ ਕੋਈ ਗੱਲ ਕੀਤੀ, ਕਿਉਂਕਿ ਅਜੇ ਇਸ ਪੰਡਤ ਸਿਆਮੇ ਨੇ ਗੁਰੂ ਸਾਹਿਬ ਨੂੰ ਵੇਖਿਆ ਨਹੀਂ ਹੈ, ਉਹ ਆਪਣੇ ਹਿਸਾਬ ਨਾਲ ਅੰਦਾਜ਼ੇ ਲਾਉਂਦਾ ਵੀ ਜੇ ਕੋਈ ਗੱਲਬਾਤ ਹੋਈ ਆਮੋ ਸਾਹਮਣੇ ਕਰਾ ਦੇਣਗੇ, ਫੇਰ ਹੀ ਮਸਲੇ ਸੋਲਵ ਹੁੰਦੇ ਆ। ਪਿੱਠ ਪਿੱਛੋਂ ਕਦੇ ਮਸਲੇ ਹੱਲ ਨਹੀਂ ਹੁੰਦੇ। ਜਦ ਵੀ ਹੋਏ ਨੇ ਤੇ ਜਦ ਵੀ ਹੋਣਗੇ, ਦੋਨੇ ਧਿਰਾਂ ਨੂੰ ਬਰਾਬਰ ਬਿਠਾਉਣਾ ਹੀ ਪੈਣਾ ਹੈ। ਜੇ ਕੋਈ ਨਹੀਂ ਬੈਠਣ ਦੀ ਕੋਸ਼ਿਸ਼ ਕਰਦਾ, ਸਮਝੋ ਚੋਰ ਹੈ ਅੱਜ ਵੀ। ਕਿਉਂਕਿ ਬੰਦਾ ਕਹਿੰਦਾ ਨਾ ਮੈਂ ਮੂੰਹ ਤੇ ਨਹੀਂ ਆਉਣਾ, ਸਮਝੋ ਅੰਦਰ ਕੁਝ ਖਾ ਰਿਹਾ। ਮੂਲ ਚੰਦ ਕਹਿੰਦੇ ਚਲੋ ਫਿਰ ਉਹ ਵੀ ਚਾਹੁੰਦੇ ਸੀ ਵੀ ਗੁਰੂ ਸਾਹਿਬ ਘਰੇ ਆਉਣ, ਛੱਡਣ ਜਿਹੜੇ ਪਖੰਡਾਂ 'ਚ ਪਏ ਹੋਏ। ਪਖੰਡ ਲੱਗਦਾ ਉਹਨਾਂ ਨੂੰ ਵੀ ਆਹ ਵਿਭੂਤੀਆਂ ਸਵਾਹਾਂ ਪਾਉਣੀਆਂ, ਫਕੀਰ ਬਣੇ ਬੈਠੇ, ਸਾਧ ਬਣੇ ਬੈਠੇ ਨੇ, ਅਘੋਰੀ ਬਾਬੇ। ਅਘੋਰੀ ਪਤਾ ਕਿਹਨੂੰ ਕਹਿੰਦੇ? ਜਿਹੜੇ ਸ਼ਮਸ਼ਾਨਾਂ ਵਿੱਚ ਰਹਿੰਦੇ ਆ, ਮੁਰਦਿਆਂ ਨੂੰ ਖਾਂਦੇ ਨੇ, ਦਿਨ ਰਾਤ ਉੱਥੇ ਹੀ ਸੌਂਦੇ ਆ, ਤੇ ਖੋਪੜੀਆਂ ਜਿਨ੍ਹਾਂ ਦਾ ਭੋਜਨ ਹੁੰਦਾ ਹੈ। ਭਾਰਤ ਦੀ ਧਰਤੀ ਤੇ ਅਘੋਰ ਸਾਧ ਨੇ ਨਾ, ਜਿਹੜੇ ਬੜੇ ਵੱਡੇ ਸਾਧੂ ਹੁੰਦੇ ਨੇ ਅਘੋਰੀ। ਅੱਜ ਵੀ ਕਦੇ ਗੰਗਾ ਦੇ ਕਿਨਾਰੇ ਜਾ ਕੇ ਪਤਾ ਕਰੋ, ਅੱਜ ਵੀ ਸ਼ਮਸ਼ਾਨਾਂ ਵਿੱਚ ਜਾ ਕੇ ਪਤਾ ਕਰੋ ਅਘੋਰੀ ਹੁੰਦੇ ਕੌਣ ਨੇ। ਕਦੇ ਗੂਗਲ ਸਰਚ ਕਰਿਓ YouTube ਤੇ ਅਘੋਰੀ ਸਾਧੂ ਕੌਣ ਨੇ। ਤਪਸਵੀ ਸਾਧੂ ਹਰ ਵੇਲੇ ਸ਼ਮਸ਼ਾਨਾਂ ਵਿੱਚ ਬਹਿ ਕੇ ਅੱਗ ਬਾਲ ਕੇ ਬੈਠੇ ਆ। ਉਹ ਕਿਸੇ ਦੀ ਪਰਵਾਹ ਨਹੀਂ ਉਹਨਾਂ ਨੂੰ। ਮੁਰਦੇ ਦੀ ਖੋਪੜੀ 'ਚ ਹੀ ਭੋਜਨ ਖਾਣਾ ਹੈ, ਉਹਦੇ 'ਚ ਹੀ ਪਾਣੀ ਪੀਣਾ। ਉਹ ਕਹਿੰਦੇ ਅਸੀਂ ਸਰੀਰ ਨੂੰ ਮਿੱਟੀ ਮੰਨਿਆ ਹੋਇਆ, ਸਵਾਦ ਖਤਮ ਨੇ ਸਾਡੇ। ਅੱਜ ਵੀ ਹੈਗੇ ਆ। ਬੋਲਣ ਲੱਗੇ ਮੂਲ ਚੰਦ, ਕਹਿੰਦੇ ਅਘੋਰੀ ਬਣਿਆ ਬੈਠਾ ਹੈ, ਕਿਉਂਕਿ ਚੰਗਾ ਭਲਾ ਸਾਧ ਥੋੜੀ ਸ਼ਮਸ਼ਾਨ ਬਹਿੰਦਾ ਹੈ ਜੀ ਕੋਈ ਬਹਿਣ ਵਾਲਾ। ਅੱਜ ਨੇ ਮੰਗਣ ਵਾਲੇ ਤੁਰੇ ਫਿਰਦੇ ਨੇ, ਕਿਸੇ ਨੂੰ ਆਖੋ ਲੈ ਬਾਬਾ ਹਫ਼ਤਾ ਪਰ ਸ਼ਮਸ਼ਾਨ ਘਾਟ ਰਿਹਾ, ਤੈਨੂੰ 5000 ਮਹੀਨਾ ਦਊਂ। ਕਹਿੰਦਾ ਰਹਿਣ ਦੇ ਬਾਬਾ, 2 ਰੋਟੀਆਂ ਮਿਲ ਜਾਂਦੀਆਂ ਠੀਕ ਨੇ, ਮੈਂ ਨਹੀਂ ਜਾਣਾ, ਕਿਹੜਾ ਰਹੂਗਾ। ਪਰ ਗੁਰੂ ਸਾਹਿਬ ਦੇ ਪ੍ਰਥਾਈ ਕਹਿ ਰਹੇ ਆ, ਕਹਿੰਦੇ ਇੱਕ ਗ੍ਰਸਤੀ ਹੋ ਕੇ ਇਹੋ ਜੀ ਥਾਂ ਤੇ ਬੈਠਣਾ ਸ਼ੋਭਾ ਦਿੰਦਾ ਨਹੀਂ। ਕਬਿਤ ਬੇਦੀ ਕੁਲ ਮੰਡਨ
ਸਕਲ ਦੁਖ ਖੰਡਨ ਪਖੰਡਨ ਕੋ ਡੰਡਨ ਸਰੂਪ ਜਿਹ ਧਾਰਿਐ। ਜਿਹੜੇ ਸਤਿਗੁਰਾਂ ਨੇ ਆਪਣਾ ਸਰੂਪ ਧਾਰਨ ਕੀਤਾ ਹੈ ਦੁਨੀਆ ਦੇ ਪਖੰਡ ਕੱਟਣ ਵਾਸਤੇ, ਜੱਗ ਨੂੰ ਸਿੱਧੇ ਰਾਹ ਪਾਉਣ ਲਈ, ਤੇ ਇਹ ਪੰਡਤ ਥੋੜਾ ਪਖੰਡ ਵੀ ਕਰਦਾ ਸੀ। ਠੀਕ ਹੈ, ਭਗਤੀ ਆਪਣੀ ਥਾਂ ਤੇ ਹੈ ਜੀ, ਇਹ ਥੋੜਾ ਕਿਹਾ ਜਾਂਦਾ ਵੀ ਪੰਡਤ ਭਗਤੀ ਨਹੀਂ ਕਰਦੇ, ਕਰਦੇ ਆ, ਪਖੰਡ ਵੀ ਕਰਦੇ ਆ। ਕੱਲਾ ਪੰਡਤਾਂ ਦਾ ਰੌਲਾ ਨਹੀਂ, ਸਾਡੇ ਵਾਲੇ ਡਿਪਾਰਟਮੈਂਟ 'ਚ ਘੱਟ ਨੇ, ਕਈ ਤੇ ਨਿਰਾ ਹੀ ਪਖੰਡ ਹੁੰਦਾ ਹੈ, ਕਈਆਂ ਦੀ ਭਗਤੀ ਵੀ ਹੁੰਦੀ ਹੈ, ਬੰਦਗੀ ਵੀ ਹੁੰਦੀ ਹੈ। ਹੁਣ ਜਦੋਂ ਤੁਰੇ ਜਾ ਰਹੇ ਨੇ, ਪੰਡਤ ਵੱਡੀਆਂ ਵੱਡੀਆਂ ਹੋਛੀਆਂ ਗੱਲਾਂ ਕਰਦਾ, ਕਹਿੰਦਾ ਮੈਂ ਕਰ ਦੂੰ ਮੱਤ ਟਿਕਾਣੇ, ਵੇਖੀ ਜਾਇਓ, ਬੋਲਿਓ ਨਾ ਤੁਸੀਂ, ਕੱਢਾ ਗਿਆਨ ਹੋਣਾ ਉਹਨੂੰ। ਜਦ ਉਹਨੇ ਸੁਣਿਆ ਵੀ ਉਹ ਤੇ ਮੋਦੀਖਾਨਾ ਕਰਨ ਵਾਲੇ ਆ, ਹੁਣ ਮੋਦੀਖਾਨਾ ਇੱਕ ਦੁਕਾਨ ਹੈ, ਦੁਕਾਨ ਵਾਲੇ ਨੂੰ ਕਿੱਡੀ ਗੱਲ ਕਿੰਨਾ ਗਿਆਨ ਹੋਊਗਾ। ਪੰਡਤ ਨੂੰ ਪਤਾ ਮੈਂ 4 ਵੇਦ ਪੜ੍ਹੇ ਆ, ਮੈਨੂੰ ਬ੍ਰਹਮਾ ਦੇ ਮੰਤਰ ਯਾਦ ਨੇ, ਮੈਨੂੰ ਵਿਸ਼ਨ ਦੇ ਪੁਰਾਣ ਦੇ ਮੰਤਰ ਯਾਦ ਨੇ, ਮੈਨੂੰ ਹਰ ਚੀਜ਼ ਆਉਂਦੀ ਹੈ। ਨਾਲੇ ਗਰੜ ਪੁਰਾਣ ਤੋਂ ਵੱਡਾ ਸਨਾਤਨ ਮੱਤ 'ਚ ਕੋਈ ਪੁਰਾਣ ਹੀ ਨਹੀਂ ਹੈ, ਜਿਹਦੇ 'ਚ ਸਾਰਾ ਕੁਝ ਹੀ ਦੱਸਿਆ। ਗਰੜ ਤੇ ਸ਼ਿਵ ਪੁਰਾਣ ਵੀ ਅੰਤਮ ਰਸਮਾਂ ਕੀ ਨੇ, ਕਿ ਉਹ ਸ਼ਮਸ਼ਾਨ 'ਚ ਬੈਠਾ ਉਹਨੂੰ ਪਤਾ ਹੈ ਨਾ, ਨਹੀਂ ਜਾਂਦਾ। ਪੰਡਤ ਇਸ ਅਭਿਮਾਨ ਵਿੱਚ ਸੀ, ਇਸ ਮਾਣ ਵਿੱਚ ਸੀ, ਉਸ ਰੱਬ ਨੂੰ ਸਮਝਾਉਣ ਚੱਲਿਆ ਜਿਹੜੇ ਦੁਨੀਆ ਨੂੰ ਤਾਰਨ ਆਏ ਨੇ। ਆਖੋ ਸਤਿਨਾਮ। ਜੱਗ ਦੇ ਜ਼ਮਾਨੇ ਦੇ ਪਖੰਡ ਕੱਟਣ, ਬੇਦੀਆਂ ਦੀ ਕੁੱਲ ਦੇ ਕਲਸ ਜਿਹੜੇ ਉੱਚੇ ਹੁੰਦੇ ਨੇ। ਪੰਡਤ ਨੇ ਦੂਰੋਂ ਵੇਖਿਆ, ਲਾਇਆ ਸਾਲ ਵੀ 35-36 ਸਾਲ ਦੀ ਉਮਰ ਹੈ, ਚੜ੍ਹਦੀ ਜਵਾਨੀ ਹੋਈ ਹੈ। ਗੁਰੂ ਨਾਨਕ ਸਾਹਿਬ ਮਹਾਰਾਜ 36 ਸਾਲਾਂ ਦੀ ਉਮਰ ਵਿੱਚ ਬੈਠੇ ਆ ਜਦੋਂ ਸ਼ਮਸ਼ਾਨ 'ਚ ਬੈਠੇ। 35 ਲਾ ਲਓ, 35.5 36 ਇੱਥੇ ਸੀ, ਕਿਉਂਕਿ ਬਾਬਾ ਲਖਮੀ ਚੰਦ ਦਾ ਜਦੋਂ ਅਵਤਾਰ ਹੋਇਆ, ਬਾਬਾ ਸ੍ਰੀ ਚੰਦ ਜੀ ਤੋਂ 3 ਸਾਲ ਬਾਅਦ ਸ੍ਰੀ ਚੰਦ ਜੀ ਦਾ ਅਵਤਾਰ 32 ਸਾਲਾਂ ਦੀ ਉਮਰ ਵਿੱਚ ਹੋਇਆ ਸਤਿਗੁਰਾਂ ਦੇ ਘਰੇ। ਫਿਰ 3 ਸਾਲਾਂ ਬਾਅਦ ਲਖਮੀ ਦਾਸ ਆਏ ਆ, 35 35 36 ਸਾਲ ਲਾ ਲਓ। ਜਦ ਪੰਡਤ ਨੇ ਵੇਖਿਆ, ਉਹਨੇ ਲਾਇਆ ਵੀ ਮੈਥੋਂ ਤੇ ਛੋਟੇ ਹੀ ਹੋਣੇ, ਉਹ 40-42 ਸਾਲ ਦਾ। ਉਹਨੂੰ ਲੱਗਿਆ ਵੀ ਲੈ ਹੁਣੇ ਬਣਾ ਲਾਂਗੇ, ਇਹਨੂੰ ਕੀ ਹੁੰਦਾ ਹੈ, ਛੋਟੀ ਜਿਹੀ ਤੇ ਉਮਰ। ਗੁਰੂ ਨਾਨਕ ਸਾਹਿਬ ਮਹਾਰਾਜ ਚੁੱਪ ਚਪੀਤੇ ਬੈਠੇ ਆ, ਪੈਰਾਂ ਦੀ ਆਵਾਜ਼ ਆਈ, ਸਤਿਗੁਰ ਜਾਣਗੇ ਵੀ ਤੁਰਿਆ ਹੁੰਦਾ ਕੋਈ ਅੰਤਰਜਾਮੀ ਪ੍ਰੀਤ ਹੁੰਦੇ। ਪਰ ਪੰਡਤ ਨੇ ਮੂਲ ਚੰਦ ਜੀ ਨੂੰ ਖੂਬ ਤਸੱਲੀਆਂ ਦਿੱਤੀਆਂ ਵੀ ਅੱਜ ਵੇਖੀ ਤੇ ਸਹੀ ਪੰਡਤ ਕੀ ਹੁੰਦਾ ਹੈ। ਪੰਡਤ ਕਹਿੰਦੇ ਵਿਦਵਾਨ ਨੂੰ, ਪੰਡਤ ਕੋਈ ਜਾਤ ਨਹੀਂ ਹੈ ਕਿਸੇ ਦੀ। ਅੱਜ ਕਈ ਲੋਕ ਨਾ ਪੰਡਤ ਸ਼ਬਦ ਸੁਣ ਕੇ ਸੋਚਣ ਲੱਗ ਜਾਂਦੇ ਜੀ ਇਹ ਤੇ ਪੰਡਤਾਂ ਦੀ ਗੱਲ ਹੋ ਗਈ, ਨਾ ਵੀ ਨਾ। ਪੰਡਤ ਕਹਿੰਦੇ ਫਿਲਾਸਫਰ ਨੂੰ, ਵਿਦਵਾਨ ਨੂੰ, ਹਾਇਰ ਸਟੱਡੀ ਹੋਵੇ ਜਿਹਦੀ। ਪੰਡਤ ਸੰਸਕ੍ਰਿਤ ਦਾ ਸ਼ਬਦ ਹੈ, ਜਿਹਨੇ ਸੰਸਕ੍ਰਿਤ ਦੀ ਵਿਦਿਆ ਗ੍ਰਹਿਣ ਕੀਤੀ ਹੋਵੇ, ਉਹ ਪੰਡਤ ਹੈ। ਜਾਤਾਂ ਚੋਂ ਜਾਤ ਸਿਰਫ ਬ੍ਰਾਹਮਣ ਹੈ। ਮਰਦ ਨੇ ਕਦੇ ਕਿਹਾ ਵੀ ਜੋ ਤੂੰ ਪੰਡਤ ਪੰਡਤੀ ਜਾਏ, ਨਹੀਂ, ਕਹਿੰਦੇ ਜੋ ਤੋ ਬ੍ਰਾਹਮਣ ਬ੍ਰਾਹਮਣ ਹੀ ਜਾਇਆ, ਬ੍ਰਾਹਮਣ ਦੀ ਗੱਲ ਕੀਤੀ। ਪੰਡਤ ਤੇ ਵਿਦਵਾਨ ਨੇ। ਸੰਤ ਮਸਕੀਨ ਜੀ ਨੂੰ ਲੋਕ ਪੰਡਤ ਕਹਿੰਦੇ ਸੀ ਕਿਉਂਕਿ ਵਿਦਵਾਨ ਸੀ ਉਹ। ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਜਦੋਂ ਦੂਰੋਂ ਵੇਖਿਆ ਪੰਡਤ ਜੀ ਆ ਰਹੇ ਆ, ਮਰਦ ਉਸੇ ਰੂਪ ਜੀ ਮੂਲ ਚੰਦ ਜੀ ਨੂੰ ਸਮਝਾਤਾ ਵੀ ਜਦ ਮੈਂ ਗੱਲ ਕਰਾਂ ਤੁਸੀਂ ਨਾ ਬੋਲਿਓ। ਹੁਣ ਜੇ ਗੁੱਸੇ ਵਾਲਾ ਬੰਦਾ ਵਿੱਚ ਬੋਲੀ ਜਾਏ ਫਿਰ ਗੱਲਾਂ ਥੋੜਾ ਸੋਲਵ ਹੁੰਦੀਆਂ। ਵੀ ਤੁਸੀਂ ਜੋ ਕਹਿਣਾ ਸੀ ਕਹਿ ਲਿਆ, ਜਿੰਨਾ ਬੋਲਣਾ ਸੀ ਬੋਲ ਲਿਆ, ਹੁਣ ਵਾਰੀ ਮੇਰੀ ਹੈ। ਮੂਲਾ ਲੀਏ ਪੰਡਤ ਜਹਾਂ ਹੈ ਮਹਿ ਮੰਡਤ, ਨਿਕਟ ਬੈਠ ਤੋ ਡੰਤੇ ਜੋ ਬਚਨ ਉਚਾਰੀਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਵੇਖ ਕੇ ਜਦੋਂ ਪੰਡਤ ਨੇੜੇ ਆਇਆ, ਦੇਖ ਕੇ ਸਤਿਗੁਰਾਂ ਦਾ ਲਿਬਾਸ ਪੰਡਤ ਗਿਆ ਡਰ ਵੀ ਮਨਾ ਮੇਰਿਆ ਤੇ ਕੱਪੜੇ ਲਵੇੜੀ ਬੈਠੇ ਆ। ਸਤਿਨਾਮ। ਸੁਭਾਅ ਨੂੰ ਭਰੀ ਫਿਰਦੇ ਆ, ਸੁਭਾਅ ਵੀ ਗੁਰਦਿਆਂ ਦੀ। ਮੂਲ ਚੰਦ ਇੱਕ ਪਾਸੇ ਹੋ ਗਏ, ਪੰਡਤ ਮਰਦ ਦੇ ਸਾਹਮਣੇ ਆ ਕੇ ਬਹਿ ਗਿਆ। ਹੁਣ ਗੁਰੂ ਸਾਹਿਬ ਇੱਕ ਕਬਰ ਤੇ ਬੈਠੇ ਆ ਜੀ, ਕਬਰ ਤੇ। ਜਦੋਂ ਪਹਿਲਾਂ ਮੂਲ ਚੰਦ ਆਏ ਸੀ ਉਦੋਂ ਅੱਗ ਵਾਲੀ ਬੈਠੀ ਸੀ ਉਹ ਸ਼ਮਸ਼ਾਨ 'ਚ, ਕਬਰਸਤਾਨ ਦੇ ਸ਼ਮਸ਼ਾਨ ਨੇੜੇ ਨੇੜੇ ਮਰਦ ਚੋਜ ਵਰਤਾ ਰਹੇ ਆ। ਕਹਿੰਦੇ ਸਤਿਗੁਰ ਕਬਰ ਤੇ ਬੈਠੇ, ਪੰਡਤ ਡਰਦਾ ਫਿਰੇ ਕਬਰਾਂ ਤੋਂ। ਹੁਣ ਪੰਡਤ ਭੂਤ ਵਸ ਕਰ ਸਕਦਾ, ਪਰ ਕਬਰ ਵਾਲਿਆਂ ਨੂੰ ਥੋੜੀ ਛੇੜ ਸਕਦਾ, ਡਿਪਾਰਟਮੈਂਟ ਹੋਰ ਹੈ, ਉਹ ਮੁਸਲਮਾਨਾਂ ਦਾ। ਸਤਿਗੁਰਾਂ ਦੇ ਸਾਹਮਣੇ ਬਹਿ ਗਿਆ, ਵੇਖੇ ਅੱਖਾਂ ਭਰ ਕੇ ਮੰਤਰ ਪੜ੍ਹੀ ਜਾਂਦਾ। ਉਹ ਮੰਤਰ ਪੜ੍ਹ ਕੇ ਵੇਖਿਆ ਵੀ ਕੋਈ ਚੀਜ਼ ਦੀ ਕਸਰ ਨਹੀਂ ਹੈ। ਮੈਨੂੰ ਲੱਗਦਾ ਹੈ ਵੀ ਜਾਣ ਬੁੱਝ ਕੇ ਕਰਦਾ ਹੈ। ਲੱਗਿਆ ਗੱਲਬਾਤ ਕਰਕੇ, ਪਰ ਵਰਗ ਨਹੀਂ ਬੋਲਦੇ। ਸੱਚੇ ਪਾਤਸ਼ਾਹ ਅੱਖਾਂ ਖੋਲ ਲੈਂਦੇ, ਵੇਖ ਲੈਂਦੇ, ਨੇਤਰ ਫੇਰ ਬੰਦ ਕਰ ਲੈਂਦੇ ਨੇ। ਬਾਲ ਬੁੱਧ ਲੀਨ ਕਾਚੀ ਬਾਤ ਸਭ ਕੀਨ, ਤੁਮ ਮੋਦੀ ਕ੍ਰਿਤ ਛੋਰ ਦੀਨ, ਨਿਕੇ ਨਾ ਵਿਚਾਰੀਏ। ਹੁਣ ਪੰਡਤ ਨੇ ਗੁਰੂ ਨਾਨਕ ਸਾਹਿਬ ਨੂੰ ਸਟੱਡੀ ਕਰ ਲਿਆ, ਰੀਡ ਕਰ ਲਿਆ। ਹੁਣ ਆਪਣੀ ਆਪਣੀ ਅਕਲ ਹੈ ਜੀ।
ਹੁਣ ਜੇ ਮੈਂ ਕਹਾਂ ਜੀ ਮੈਨੂੰ ਸਾਰੀ ਸਿੱਖੀ ਦਾ ਪਤਾ ਲੱਗ ਗਿਆ, ਮੇਰੀ ਬੇਵਕੂਫੀ ਹੈ। 1% ਵੀ ਨਹੀਂ ਪਤਾ ਮੈਨੂੰ ਸਿੱਖੀ ਕੀ ਹੈ। ਤੇ ਪੰਡਤ ਉਸ ਰੱਬ ਨੂੰ ਕਹਿੰਦਾ ਲੱਗ ਗਿਆ ਪਤਾ ਮੈਨੂੰ, ਬੱਚਾ ਹੈ ਤੂੰ, ਤੇਰੀ ਨਿਆਣੇ ਵਾਲੀ ਮੱਤ ਹੈ। ਉਹ ਆ ਕੋਈ ਬੰਦਿਆਂ ਵਾਲੇ ਕੰਮ ਜਿਹੜੇ ਤੂੰ ਕਰੀ ਫਿਰਦਾ, ਤੈਨੂੰ ਤੇ ਰੱਬ ਦੇ ਘਰ ਦਾ ਇਹ ਵੀ ਨਹੀਂ ਪਤਾ ਵੀ ਦਰਵਾਜ਼ਾ ਕਿੱਧਰ ਰੱਖੋ। ਸਤਿਨਾਮ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਤੇਰਾ ਬਚਪਨ ਆ ਜਿਹੜਾ ਮੋਦੀਖਾਨਾ ਛੱਡ ਕੇ ਆ ਗਿਆ, ਨਾ ਉਹ ਜੀ ਕਹਿੰਦਾ, ਨਾ ਗੁਰੂ ਸਾਹਿਬ ਕਹਿੰਦਾ, ਨਾ ਸਤਿਕਾਰ ਦੇ ਸ਼ਬਦ, ਕਿਉਂਕਿ ਉਹ ਸਮਝਾਉਣ ਆਇਆ ਜੀ। ਉਹ ਆਪਣੇ ਆਪ ਨੂੰ ਮੰਨਦਾ ਮੈਂ ਵਿਦਵਾਨ ਆ, ਨਿਆਣਾ ਮੇਰੇ ਅੱਗੇ ਕੀ ਹੈ। ਗੁਰੂ ਸਾਹਿਬ ਨੂੰ ਉਹਨੇ ਕੌੜੇ ਜਿਹੇ ਸ਼ਬਦ ਬੋਲੇ, ਡਾਂਟ ਕੇ, ਜਿਵੇਂ ਇੱਕ ਟੀਚਰ ਬੋਲੇ। ਕਹਿੰਦਾ ਨਿਆਣੀ ਮੱਤ ਹੈ ਤੇਰੀ, ਕੁਛ ਨਹੀਂ ਹੋਇਆ ਤੈਨੂੰ। ਆ ਜਿਹੜੇ ਪਖੰਡ ਕਰਦਾ ਨਾ ਮੜੀਆਂ 'ਚ ਬਹਿ ਕੇ, ਇਹੋ ਜਿਹੇ ਮੈਂ ਬੜੇ ਸਿੱਧੇ ਕੀਤੇ। ਆਖੋ ਸਤਿਨਾਮ। ਸਤਿਗੁਰਾਂ ਨੂੰ ਫਰਜ਼ ਵੀ ਆ ਉਹਦਾ ਕਹਿਣਾ, ਕਿਉਂਕਿ ਉਹ ਨਹੀਂ ਪਛਾਣਦਾ ਕੌਣ ਨੇ। ਤੇ ਪੰਡਤ ਦਾ ਕਸੂਰ ਥੋੜੀ ਹੈ, ਚੋਜ ਹੈ ਗੁਰੂ ਸਾਹਿਬ ਦਾ। ਦੇਖੋ ਇਹਦਾ ਭਾਵ ਕੀ ਹੈ, ਰੱਬ ਨੇ ਜਿਸ ਤੇ ਕਿਰਪਾ ਕੀਤੀ, ਸਤ ਸੰਗ ਵਿੱਚ ਉਹੀ ਬਹਿ ਕੇ ਸਤ ਸੰਗ ਸੁਣ ਸਕਦਾ ਹੈ। ਐਵੇਂ ਨਾ ਦੁਨੀਆ ਨੂੰ ਦੋਸ਼ ਦਿਆ ਕਰੋ ਵੀ ਲੋਕ ਲੰਗਰ ਟਾਈਮ ਆ ਜਾਂਦੇ। ਭਾਈ ਜਿਨ੍ਹਾਂ ਦੇ ਕਰਮ 'ਚ ਲਿਖਿਆ ਹੀ ਲੰਗਰ ਹੋਇਆ, ਸਤ ਸੰਗ ਨਹੀਂ ਲਿਖਿਆ, ਉਹਨਾਂ ਆਉਣਾ ਹੀ ਆਨੰਦ ਸਾਹਿਬ ਤੋਂ ਬਾਅਦ ਹੈ। ਤੇ ਜਿਨ੍ਹਾਂ ਦੇ ਭਾਗਾਂ 'ਚ ਲਿਖਿਆ ਉਹ ਭੱਜ ਪਹਿਲਾਂ ਆਉਂਦੇ, ਕਹਿੰਦੇ ਬਾਣੀ ਸੁਣਨੀ ਆ, ਨਾਮ ਜਪਣਾ, ਸੇਵਾ ਕਰਨੀ, ਸਿਮਰਨ ਸੁਣਨਾ। ਕਰਮਾਂ 'ਚ ਲਿਖਿਆ ਨਾ। ਸਤਿਗੁਰ ਦੀ ਮੱਤ ਜਿਹਨੂੰ ਆਵੇ ਨਾ ਉਹੀ ਜਾਣ ਸਕਦਾ। ਮੱਤ ਉਹਨੂੰ ਆਉਂਦੀ ਜਿਹਨੂੰ ਸਤਿਗੁਰ ਮੱਤ ਆਪ ਦੇ। ਇਸੇ ਨੂੰ ਗੁਰੂ ਕਿਰਪਾ ਕਹਿੰਦੇ ਆ। ਬਾਣੀ ਕਹਿ ਰਹੀ ਹੈ ਗੁਰ ਕਿਰਪਾ ਜਿਹੇ ਨਰ ਕਉ ਕੀਨੀ ਤੇ ਇਹ ਜੁਗਤ ਪਛਾਨੀ। ਗੁਰੂ ਸਾਹਿਬ ਜੁਗਤ ਦੀ ਗੱਲ ਕਰਦੇ, ਕਹਿੰਦੇ ਗੁਰੂ ਦੀ ਕਿਰਪਾ ਬਿਨਾਂ ਜੁਗਤ ਨਹੀਂ ਆਉਂਦੀ। ਤੇ ਮੈਂ ਆਖਾਂ ਜੀ ਮੈਥੋਂ ਪਾਠ ਨਹੀਂ ਹੁੰਦਾ, ਸਵੇਰੇ ਉੱਠਿਆ ਨਹੀਂ ਜਾਂਦਾ, ਭਾਈ ਕਿਰਪਾ ਨਹੀਂ ਹੈ, ਸਿੱਧੀ ਗੱਲ ਹੈ। ਜਿਸ ਦਿਨ ਹੋ ਗਈ ਅੱਖ ਨਹੀਂ ਲੱਗਣੀ ਮੁੜ ਕੇ ਸੁਣਨੀ। ਦੂਜਿਆਂ ਨੂੰ ਬਿਠਾਏਗਾ, ਉਠੋਏ ਨਾਮ ਜਪੋ, ਕਿਰਪਾ ਹੋ ਗਈ ਜਿੱਦਾਂ। ਫਿਰ ਬੰਦਗੀ ਆਪੇ ਚੱਲੂ ਸਵਾਸ ਸਵਾਸ। ਸਤਿਗੁਰਾਂ ਨੂੰ ਕਹਿੰਦਾ ਤੁਸੀਂ ਨਿਆਣੇ ਹੋ, ਬਾਲਕ ਹੋ, ਬੱਚੇ ਹੋ, ਅਜੇ ਤੁਹਾਡੀ ਉਮਰ ਖਾਣ ਪੀਣ ਹੰਡਾਉਣ ਤੇ ਕੰਮਕਾਰ ਕਰਨ ਦੀ ਹੈ। ਆ ਕਿਹੜੇ ਕੰਮੀ ਲੱਗੇ ਹੋ। ਮਾਤ ਪਿਤਾ ਲਾਜ ਤਜ, ਦੇਰ ਅਸ ਭੀਖ ਸੱਜ। ਤੇ ਫਿਰ ਸਤਿਗੁਰਾਂ ਨੂੰ ਝੜਕ ਕੇ ਕਹਿੰਦਾ ਕਿਉਂ ਮਾਂ-ਬਾਪ ਨੂੰ ਲਾਜ ਲਾਈ ਹੈ, ਸ਼ਰਮਿੰਦੇ ਕੀਤਾ ਹੋਇਆ। ਪਟਵਾਰੀ ਦਾ ਪੁੱਤ ਹੈ ਤੂੰ, ਇਹੋ ਜਿਹੇ ਕੰਮ ਨਹੀਂ ਕਰੀਦੇ। ਜੇ ਮਾੜੀ ਮੋਟੀ ਕੋਈ ਸਮਝ ਆਏ ਨਾ, ਪਟਵਾਰਖਾਨਾ ਸਾਂਭ ਲਾ ਜਾ ਕੇ। ਬਾਪੂ ਤੇਰੇ ਦੀ ਇੰਨੀ ਇੱਜ਼ਤ, ਤੂੰ ਇੱਥੇ ਕੀ ਸਵਾਹ ਮਿੱਟੀ ਮਿਲਾਈ ਹੋਈ ਹੈ। ਪੰਡਤ ਦੇ ਸ਼ਬਦ ਨੇ ਏਦਾਂ ਹੀ ਬੋਲੇ ਹੋਣੇ, ਇਹ ਤੋਂ ਵੀ ਮਾੜੇ ਸ਼ਬਦ ਬੋਲੇ ਹੋਣੇ, ਤੂੰ ਵੀ ਸਮਝਾਉਣਾ ਆਇਆ। ਚਲੋ ਆਪਾਂ ਫਿਰ ਵੀ ਕਿਤੇ ਨਾ ਕਿਤੇ ਸੋਚਦੇ ਆ ਸਾਡੇ ਸਤਿਗੁਰ ਦੀ ਮਹਿਮਾ, ਗੁਰੂ ਵੱਡੇ ਆ, ਪਰਮਾਤਮਾ ਨੇ। ਪਰ ਜੇ ਕੱਲੀ ਪਰਮਾਤਮਾ ਦੀ ਗੱਲ ਕੀਤੀ, ਫਿਰ ਇਸ ਚੀਜ਼ ਨੂੰ ਐਨਾਲਾਈਜ਼ ਨਹੀਂ ਕੀਤਾ ਜਾ ਸਕਦਾ, ਖੋਲੇ ਨਹੀਂ ਜਾ ਸਕਦਾ ਵੀ ਉਹਨੇ ਕੀ ਬੋਲਿਆ ਹੋਣਾ, ਕੀ ਗੱਲ ਹੋਈ ਹੋਣੀ। ਕਵੀ ਜੀ ਨੇ ਸਾਰੇ ਬਚਨ ਲਿਖੇ ਹੋਏ ਇੱਥੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦਾ ਤੈਨੂੰ ਮਾੜੀ ਮੋਟੀ ਸਮਝ ਹੈ, ਅਕਲ ਹੈ, ਮਤ ਹੈ। ਕਿੱਡਾ ਵੱਡਾ ਤੇਰਾ ਪਰਿਵਾਰ ਆ, ਬੇਦੀਆਂ ਦੀ ਕੁੱਲ ਖਾਨਦਾਨ ਪੂਜਣ ਯੋਗ ਹੈ। ਕਿਉਂਕਿ ਬ੍ਰਾਹਮਣ ਇਹਨਾਂ ਬਣਾਉਂਦੇ ਸੀ, ਖੱਤਰੀਆਂ ਦੀ ਪੂਜਾ ਕਰਦੇ ਬ੍ਰਾਹਮਣ। ਉਹਨਾਂ ਦੇ ਘਰ ਦੀ ਰੋਟੀ ਖਾਂਦੇ ਆ, ਦੂਜੇ ਨੂੰ ਤੇ ਛੂਤ ਛਾਤ ਮੰਨਦੇ ਆ ਵੀ ਛੋਟੀ ਜਾਤ ਨੀਵੇਂ ਲੋਕ, ਅਸੀਂ ਕੀ ਲੈਣਾ, ਨੇੜੇ ਨਹੀਂ ਬਹਿਣਾ। ਕਹਿੰਦਾ ਏਡੀ ਵੱਡੀ ਕੁੱਲ ਚ ਉੱਠ ਗਿਆ, ਕਿਹੜੀਆਂ ਥਾਵਾਂ ਤੇ ਬੈਠੇ ਹੋ। ਸ਼ੋਭਾ ਦਿੰਦੀਆਂ ਜਿਉਂਦੇ ਬੰਦੇ ਨੂੰ ਬੈਠਣਾ ਇੱਥੇ ਤੇ ਕੋਈ ਮਰ ਕੇ ਨਹੀਂ ਆਉਣਾ ਚਾਹੁੰਦਾ। ਜੇ ਬੰਦੇ ਦਾ ਬਾਤ ਚੱਲੇ ਤੇ ਕਹੇ ਵੀ ਮੈਂ ਨਹੀਂ ਜਾਣਾ, ਮੈਨੂੰ ਤੇ ਘਰੇ ਹੀ ਫੂਕੋ, ਘਰੇ ਬਣਾਓ ਕਬਰ। ਜਿੱਡੀਆਂ ਮਰਜੀ ਕੋਠੀਆਂ ਬੰਗਲੇ ਬਣਾ ਲਈ ਬੰਦਿਆ, ਜਾਣਾ ਉਸੇ ਲੱਕੜ ਦੀ ਪੌੜੀ ਤੇ ਹੈ। ਫੂਕਿਆ ਉੱਥੇ ਹੀ ਜਾਣਾ ਹੈ ਜਿੱਥੇ ਛੋਟੇ ਤੋਂ ਲੈ ਕੇ ਵੱਡੇ ਸਾਰੇ ਸਾੜੇ ਗਏ। ਤੈਨੂੰ ਮੰਨਿਆ ਉਧਰ ਜਾਣਾ, ਤੂੰ ਘਰ ਦਾ ਮਾਲਕ। ਜਿੱਦਣ ਤੈਨੂੰ ਤੇਰੇ ਘਰ ਦੇ ਤੇਰੀ ਪਾਰਕ ਵਿੱਚ ਫੂਕਣ, ਵੀ ਘਰ ਨਾਲ ਪਿਆਰ ਬੜਾ ਸੀ, ਬੜੀ ਮਿਹਨਤ ਕਰਕੇ ਬਣਾਇਆ, ਬਾਪੂ ਦੀ ਇੱਥੇ ਹੀ ਕਬਰ ਬਣਾਉਣੀ, ਉਧਰ ਘਰ ਦਾ ਮਾਲਕ ਹੈ, ਕਿਸੇ ਨੇ ਘੜੀ ਨਹੀਂ ਰੱਖਣਾ। ਉਹ ਮਰਦ ਨੂੰ ਮੱਤ ਦੇ ਰਿਹਾ, ਸਮਝਾਉਂਦਾ ਏ, ਕਹਿੰਦਾ ਜੀ ਇਹ ਉਮਰ ਤੁਹਾਡੀ ਨਹੀਂ ਸ਼ਮਸ਼ਾਨਾਂ 'ਚ ਬਹਿ ਕੇ ਉਹੋ ਜਿਹੇ ਕੰਮ ਕਰਨ ਦੀ। ਕੀ ਹੋਇਆ ਤੁਹਾਨੂੰ, ਕੋਈ ਦੁੱਖ ਤਕਲੀਫ ਹੈ? ਗੁਰੂ ਸਾਹਿਬ ਵੇਖ ਕੇ ਨਾ ਸੀਸ ਹਲਾਈ ਜਾਂਦੇ, ਬੋਲਦੇ ਨਹੀਂ, ਸੁਣ ਰਹੇ। ਕਿੱਡਾ ਵੱਡਾ ਧਰਮ ਹੈ। ਇੱਥੇ ਮੇਰੇ ਵਰਗੇ ਨੂੰ ਚਾਰ ਅਕਲ ਦੀਆਂ ਗੱਲਾਂ ਆਉਂਦੀਆਂ, ਉਹਨਾਂ ਕੋਈ ਆ ਕੇ ਭਾਈ ਸਾਹਿਬ ਤੁਸੀਂ ਨਾ ਪੰਗਤੀ ਗਲਤ ਪੜ੍ਹ, ਤੈਨੂੰ ਬੜੀ ਅਕਲ ਆ ਹੋਈ, ਕਦੇ ਉੱਠਿਆ ਸਵੇਰੇ ਪਾਠ ਕੀਤਾ, ਕਦੇ ਕਹਿ ਜਾਈਦਾ ਨਾ ਕੀ ਅਣਜਾਣ ਹੋਣਾ ਸਾਡਾ। ਪਟੱਪਣ ਗੁਰੂ ਨਾਨਕ ਸਾਹਿਬ ਦਾ ਪੰਡਤ ਸ਼ਿਆਮਾ ਸੱਚੇ ਪਾਤਸ਼ਾਹ ਨੂੰ ਓਏ ਓਏ ਕਰਕੇ ਬੋਲਦਾ ਹੈ, ਟੌਰਚਰ ਵੀ ਕਰਦਾ ਮਾਨਸਿਕ ਤੌਰ ਤੇ ਵੀ ਤੂੰ ਬੋਲ, ਤੇਰੇ 'ਚ ਕੀ ਹੈ। ਉਹਨੂੰ ਤੇ ਲੱਗਦਾ ਕੋਈ ਭੂਤ ਪ੍ਰੇਤ ਦਾ ਛਾਇਆ ਹੋਣਾ, ਤਾਂ ਬੋਲਦਾ। ਕਹਿੰਦਾ ਬੇਦੀਆਂ ਦੀ ਵੰਸ ਹੈ ਤੇਰੀ, ਐਡਾ ਤੇਰਾ ਰੁਤਬਾ, ਇੰਨਾ ਸੋਹਣਾ ਪਰਿਵਾਰ, ਚੰਗੇ ਘਰ 'ਚ ਤੇਰਾ ਵਿਆਹ ਹੋਇਆ, ਤੇਰੇ ਸੋਹਰਾ ਸਾਹਿਬ ਪਟਵਾਰੀ, ਤੂੰ ਕਿਹੜੇ ਦੁੱਖ ਦੇਣ ਲੱਗਿਆ। ਖੁਦਾ ਨਾਮ ਆ ਕੀ ਮਾਹੌਲ ਬਣਾਇਆ ਹੋਇਆ।
ਇਹ ਗੱਲਾਂ ਸ਼ੋਭਾ ਦਿੰਦੀਆਂ ਨਹੀਂ। ਦੁਸ਼ਟ ਮਸਾਨ ਥਾਨ ਭਏ ਹਿਤ ਕਾਰਿਆ। ਤੂੰ ਆ ਕੇ ਬੈਠਾ ਹੈ ਦੁਸ਼ਟ ਮਸਾਨਾਂ ਦੇ ਵਿੱਚ। ਮਸਾਨ ਪਤਾ ਕਿਹੜੀ ਸ਼ਮਸ਼ਾਨ 'ਚ ਬੈਠੇ ਦੀ ਬਾਤ, ਜਿੱਥੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਫੂਕਿਆ ਜਾਂਦਾ ਸੀ। ਸੱਚੀ ਬੰਦਾ ਜਾਨਵਰ ਤੋਂ ਬਦਤਰ ਹੈ। ਇਹਨੇ ਨਾ ਧਾਰਮਿਕ ਸਥਾਨ ਤੇ ਵੰਡ ਲਏ। ਰੱਬ ਨੇ ਸਭ ਨੂੰ ਇੱਕ ਕੀਤਾ ਨੇ ਜਾਤਾਂ ਨੂੰ। ਇਹ ਲਬਾਣਿਆਂ ਦਾ ਗੁਰਦੁਆਰਾ, ਭਾਪਿਆਂ ਦਾ ਗੁਰਦੁਆਰਾ, ਜੱਟਾਂ ਦਾ ਗੁਰਦੁਆਰਾ, ਸੈਣੀਆਂ ਦਾ ਗੁਰਦੁਆਰਾ। ਗੁਰੂ ਕਿਹੜਾ? ਗੁਰੂ ਗ੍ਰੰਥ ਸਾਹਿਬ। ਵੰਡ ਲੈਣਾ ਸਾਰੇ। ਹੁਣ ਸ਼ਮਸ਼ਾਨ ਘਾਟ ਕੀ ਦੇ ਆ ਜੀ ਰਵਿਦਾਸੀਆਂ ਦੇ, ਆ ਜ਼ਿਮੀਂਦਾਰਾਂ ਦੇ, ਆ ਫਲਾਣਿਆਂ ਦੇ। ਉਹ ਮਰ ਕੇ ਵੀ ਬੰਦੇ ਨੂੰ ਚੈਨ ਨਹੀਂ। ਉੱਥੇ ਵੀ ਹਉਮੈ ਚੱਕੀ ਫਿਰਦਾ ਵੀ ਇੱਥੇ ਫਲਾਣੇ ਨੂੰ ਫੂਕਿਓ, ਉਹ ਨਾ ਨੇੜੇ ਆ। ਤੇ ਗੁਰੂ ਸਾਹਿਬ ਜਿੱਥੇ ਬੈਠੇ ਨਾ ਪੰਡਤ ਕਲਪ ਗਿਆ, ਕਹਿੰਦਾ ਦੁਸ਼ਟਾਂ ਦੀ ਮਸਾਨ 'ਚ ਬੈਠੇ ਹੋ ਤੁਸੀਂ। ਦੁਸ਼ਟ ਮਤਲਬ ਵੀ ਪਾਪੀ ਲੋਕ, ਮਾੜੇ ਲੋਕ, ਨੀਵੀਂ ਜਾਤ ਵਾਲੇ, ਤੁਸੀਂ ਉਹਨਾਂ ਦੀਆਂ ਮੜੀਆਂ 'ਚ ਬਹਿ ਕੇ ਆ ਕੇ। ਬੇਦੀਆਂ ਦੀ ਕੁੱਲ ਜਿਉਂਦੀ ਵੀ ਇਹਨਾਂ ਦੇ ਕੋਲੋਂ ਨਹੀਂ ਲੱਗਦੀ, ਸ਼ੂਦਰ ਲੋਕਾਂ ਦੇ, ਨੀਵੀਂ ਜਾਤ ਵਾਲਿਆਂ ਦੇ। ਆ ਤੁਸੀਂ ਕਿਹੜੇ ਕੰਮ 'ਚ ਲੱਗੇ? ਦੁਸ਼ਟਾਂ ਦੀਆਂ ਮਸਾਣਾਂ ਵਿੱਚ ਬਹਿ ਕੇ ਕਿਉਂ ਭ੍ਰਿਸ਼ਟ ਹੋਣ ਲੱਗੇ ਹੋ? ਦੋਹਰ ਸੁਣ ਪੰਡਤ ਕੇ ਬੈਨ ਇਵ ਸ਼੍ਰੀ ਨਾਨਕ ਜਗ ਕੰਤ ਉਚਰਿਓ ਸ਼ਬਦ ਬਸੰਤ ਮੈਂ ਫੁਤੀ ਸੁਤਿਤ ਬਸੰਤ। ਕਹਿੰਦੇ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੇ ਸ਼ਬਦ ਸੁਣੇ, ਪੰਡਤ ਦੇ ਬੜੇ ਬੋਲ ਸੁਣੇ। ਪੰਡਤ ਦਾ ਜੋ ਅੰਦਰ ਭਰਿਆ ਸੀ ਸਾਰਾ ਕੱਢਤਾ। ਕਿੰਨੀ ਫਰਸਟ੍ਰੇਸ਼ਨ ਸੀ ਸਾਰੀ ਕੱਢਤੀ। ਬੋਲੀ ਗਿਆ। ਆਖਿਰਕਾਰ ਮਰਦ ਨੇ ਹੱਥ ਚੁੱਕਿਆ, ਇਸ਼ਾਰਾ ਕੀਤਾ, ਕਹਿੰਦੇ ਪੰਡਤ ਜੀ ਮੈਂ ਕੌਣ ਹਾਂ? ਮੈਨੂੰ ਕੀ ਹੋਇਆ? ਮੈਂ ਇੱਥੇ ਕਿਉਂ ਬੈਠਾ? ਉਹਨੇ ਸਵਾਲ ਕੀਤੇ ਗੁਰੂ ਸਾਹਿਬ ਨੂੰ, ਤੂੰ ਬੇਦੀਆਂ ਦੀ ਵੰਨ ਚੋਂ ਇੱਥੇ ਕੀ ਬੈਠਾ? ਕਿਉਂ ਨਿਆਣ ਮੱਤ ਕਰਦਾ? ਬੱਚਾ ਬਣਿਆ ਫਿਰਦਾ ਤੂੰ? ਸਿਆਣਾ ਇਨਸਾਨ, ਸਿਆਣਾ ਬਣ। ਤੇ ਮਰਦ ਸੱਚੇ ਪਾਤਸ਼ਾਹ ਨੇ ਰਾਗ ਬਸੰਤ ਵਿੱਚ ਅੰਮ੍ਰਿਤ ਬਚਨ ਉਚਾਰਨ ਕੀਤਾ ਉਸ ਪੰਡਤ ਨੂੰ ਸਮਝਾਉਣ ਲਈ। ਉਦੋਂ ਪੰਡਤ ਨੂੰ ਸਮਝਾਇਆ, ਅੱਜ ਸਾਨੂੰ ਸਮਝਾਉਂਦੇ ਆ। ਸਮਾਂ ਹੋਇਆ, ਸ਼ਬਦ ਦਾ ਆਕਾਰ ਵੱਡਾ ਹੈ, ਵਿਸਥਾਰ ਵੱਡਾ ਹੈ, ਵਿਚਾਰ ਵੱਡੀ ਹੈ। ਕਿਉਂਕਿ ਪੰਡਤ ਨੇ ਆਪਣੇ ਵੱਲੋਂ ਨਾ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਮੈਂ ਇਹਨੂੰ ਝੜਕ ਝੰਬ ਕੇ ਘਰੇ ਲੈ ਜਾਵਾਂ ਤੇ ਲੋਕੀ ਕਹਿਣ ਵੀ ਸਿਆਮੇ ਪੰਡਤ ਨੇ ਬਾਬੇ ਨਾਨਕ ਨੂੰ ਸਮਝਾ ਲਿਆ। ਸਿਆਣਪ ਹੈ, ਬੰਦਾ ਗੁੱਡ ਫੀਲ ਕਰਦਾ ਹੈ ਵੀ ਮੇਰੀ ਫਲਾਣੇ ਨੇ ਗੱਲ ਮੰਨ ਲਈ। ਯਾਰ ਉਹ ਦੇਖ ਲਾ ਸ਼ਰਾਬ ਨਹੀਂ ਛੱਡਦਾ ਸੀ, ਮੈਂ ਕਿਹਾ ਛੱਡਤੀ ਉਹਨੇ। ਫਲਾਣਾ ਦੁਨੀਆ ਨੂੰ ਮਾੜਾ ਚੰਗਾ ਕਹਿੰਦਾ ਸੀ, ਮੈਂ ਸਮਝਾਇਆ, ਬੰਦਾ ਬਣ ਗਿਆ। ਫਿਰ ਕ੍ਰੈਡਿਟ ਕਿਹਨੂੰ ਹੈ? ਮੈਨੂੰ। ਮੈਂ ਸਮਝਾਇਆ। ਹੁਣ ਪੰਡਤ ਨੂੰ ਕ੍ਰੈਡਿਟ ਚਾਹੀਦਾ ਜੀ। ਲੈ ਕੇ ਆਏ ਨੇ ਸਤਿਗੁਰਾਂ ਦੇ ਮੂਲ ਚੰਦ ਸਹੁਰਾ ਸਾਹਿਬ। ਉਹਨਾਂ ਨੂੰ ਦੱਸਣਾ ਵੀ ਤੇ ਹੈ ਵੀ ਜੇ ਉਹਨਾਂ ਕਿਹਾ ਵੀ ਪੰਡਤ ਨੇ ਕਰੇ ਹੀ ਕੁਛ ਨਹੀਂ ਜਾ ਕੇ ਰਿਸ਼ਤਾ, ਤੇ ਫਿਰ ਉੱਥੇ ਖੜੇ ਹੈ। ਫਿਰ ਪੰਡਤ ਦੀ ਇੱਜ਼ਤ ਵੀ ਹੈ, ਇੱਜ਼ਤ ਦਾ ਮਸਲਾ ਹੈ। ਇਸੇ ਕਰਕੇ ਪੰਡਤ ਸਤਿਗੁਰਾਂ ਨੂੰ ਬਾਲਕ, ਨਿਆਣਾ, ਬੱਚਾ ਕਹਿ ਕੇ ਬੋਲਦਾ ਹੈ। ਕਿਉਂਕਿ ਬੱਚਿਆਂ ਨੂੰ ਜਿੰਨਾ ਮਰਜ਼ੀ ਝੜਕ ਲਓ, ਉਹਨਾਂ ਨੂੰ ਕੋਈ ਫਰਕ ਥੋੜਾ ਹੁੰਦਾ। ਜਿੰਨਾ ਮਰਜ਼ੀ ਝੜਕ ਕੇ 2 ਪੈਕਟ ਲੇਸ ਦੇ ਲੈ ਲਿਓ, ਖੁਸ਼ ਹੈ। ਜਿੰਨਾ ਮਰਜ਼ੀ ਝੱਬ ਕੁੱਟ ਕੇ ਕਰੈਕਸ ਲੈ ਲਓ, ਖੁਸ਼ ਹੈ। ਉਹਨੂੰ ਕੀ ਹੈ, ਖਾਣਾ ਚੰਗਾ ਨਾ। ਇਸ ਕਰਕੇ ਉਹ ਗੁਰੂ ਸਾਹਿਬ ਨੂੰ ਝਿੜਕਦਾ ਹੈ, ਕਹਿੰਦਾ ਐਡੀ ਉਮਰ ਵਿੱਚ ਆਹ ਕੰਮ ਤੁਹਾਨੂੰ ਫੱਬਦੇ ਨਹੀਂ, ਸ਼ੋਭਾ ਨਹੀਂ ਦਿੰਦੇ। ਤੇ ਮਰਦ ਨੇ ਫਿਰ ਰਾਗ ਬਸੰਤ ਵਿੱਚ ਹਿੰਡੋਲ ਕਿਸਮ 'ਚ ਸ਼ਬਦ ਉਚਾਰਨ ਕੀਤਾ ਹੈ। ਬੜਾ ਪਿਆਰਾ ਵਿਸਥਾਰ ਹੋਣਾ। ਸਰਦਾਰ ਮਨਜੀਤ ਸਿੰਘ ਜੀ ਬੜੇ ਪਿਆਰ ਵਿੱਚ ਭਿੱਜ ਕੇ ਪੜ੍ਹਦੇ ਆ। ਮੈਂ ਹੁਣ ਕਈ ਵਾਰ ਕੋਸ਼ਿਸ਼ ਕਰਦਾ ਇਹ ਵਿਰਾਗ ਆ ਜਾਂਦੇ ਨਾ, ਵਿਰਾਗੀ ਹੋ ਜਾਂਦੇ ਆ ਪੜ੍ਹਦੇ ਕਿਉਂਕਿ ਪ੍ਰੇਮ ਹੈ ਗੁਰੂ ਨਾਲ। ਇਹ ਪ੍ਰੇਮ ਨਾਲ ਪੜ੍ਹਦੇ ਆ। ਤੇ ਅੱਜ ਦਾ ਜਿਹੜਾ ਇਹ ਅੰਮ੍ਰਿਤ ਬਚਨ ਆ ਨਾ, ਇਹਦੇ ਵਿੱਚ ਗੁਰੂ ਸਾਹਿਬ ਨੇ ਬੜਾ ਕੁਝ ਕਥਨ ਕੀਤਾ ਹੈ। ਸੱਚੀ ਜਦੋਂ ਕਿਤੇ ਬਾਣੀ ਦੇ ਅਰਥ ਕਰਦੇ ਆ, ਪੜ੍ਹਦੇ ਆ ਨਾ, ਦਿਲ ਕਰਦਾ ਜਾਨਵਰ ਦੀ ਇੰਨਾ ਗਿਆਨ, ਇੰਨੀ ਸੋਝੀ, ਇੰਨਾ ਪਿਆਰ, ਇੰਨਾ ਸਮਝਾਇਆ, ਪਰ ਅਸੀਂ ਪੱਥਰ ਆ। ਫਰਕ ਜਿਹਾ ਨਹੀਂ ਪੈਂਦਾ। ਸਤਿਨਾਮ ਥੋੜੀ ਦੇਰ ਹੀ ਅਸਰ ਹੁੰਦਾ, ਮੁੜ ਕੇ ਫਿਰ ਉਹ ਜਿਹੇ ਹੁੰਦੇ ਆ। ਚਲੋ ਗੁਰੂ ਸਾਹਿਬ ਕਿਰਪਾ ਕਰਨਾ, ਇਹਨਾਂ ਪਾਵਨ ਅੰਮ੍ਰਿਤ ਬਚਨਾਂ ਤੇ ਗੁਰੂ ਦੇ ਚੋਜਾਂ ਨੂੰ ਕੱਲ ਸ਼ਾਮ ਦੇ ਦੀਵਾਨਾਂ ਵਿੱਚ ਸਰਵਣ ਕਰਕੇ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।